ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਤਪੱਸਿਆ ਕਰ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਭਾਗਾਂ ਭਰਿਆ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਇਸ ਸਮੇਂ ਦਾ ਪੂਰਨ ਲਾਭ ਪ੍ਰਾਪਤ ਕਰੀਏ। ਬੇਸ਼ੱਕ ਅੰਤਾਂ ਦੀ ਗਰਮੀ ਹੈ, ਟੈਕਨੀਕਲ ਪ੍ਰੋਬਲਮ ਹੈ, ਪਰ ਫਿਰ ਵੀ ਆਪ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਚੌਂਕੜਾ ਲਾ ਕੇ ਬੈਠੇ ਹੋ। ਭਾਵੇਂ ਕਿ ਸਾਡੇ ਵਾਲੇ ਪੱਖੇ ਚੱਲਦੇ ਵੀ ਆ, ਪਰ ਚਲਾਏ ਇਸ ਕਰਕੇ ਨਹੀਂ ਤੁਸੀਂ ਗਰਮੀ ਵਿੱਚ ਹੋਵੋ ਤੇ ਅਸੀਂ ਮੌਜਾਂ ਮਾਣੀਏ, ਇਹ ਵੀ ਚੰਗਾ ਨਹੀਂ ਲੱਗਦਾ। ਚਲੋ ਅੱਜ ਸਬੱਬ ਹੈ, ਸਤਿਗੁਰਾਂ ਨੇ ਬਖਸ਼ਿਆ, ਸਰੀਰ 'ਚੋਂ ਪਸੀਨਾ ਵਹਿ ਜੇ ਚੰਗਾ ਹੀ ਹੈ। ਇਕਾਗਰਤਾ ਤਾਂ ਬਣਨੀ ਹੈ ਜੇ ਅਸੀਂ ਵੀ ਤੁਹਾਡੇ ਬਰਾਬਰ ਹੋਈਏ। ਇਸ ਲਈ ਕੀਤਾ ਹੈ ਵੀ ਕਿਤੇ ਬੈਠੇ ਕਹੀ ਜਾਊ ਆਪ ਮੌਜਾਂ ਨਾਲ ਪੱਖੇ ਲਾਈ ਬੈਠੇ, ਸਾਡੇ ਬੰਦ ਕਰਾਏ। ਕਿਉਂਕਿ ਮੈਨੂੰ ਪਤਾ ਹੈ ਵੈਲ ਵਿਸ਼ਰ ਬਹੁਤ ਨੇ ਆਪਣੇ, ਸਿਫਤਾਂ ਦੇ ਪੁਲ ਪਿੱਠ ਪਿੱਛੋਂ ਬਹੁਤ ਬੰਨੇ ਜਾਂਦੇ ਆ। ਚਲੋ ਫਿਰ ਵੀ ਕੋਈ ਗੱਲ ਨਹੀਂ, ਆਓ ਸਤਿਗੁਰਾਂ ਦੇ ਪਿਆਰ ਵਿੱਚ ਜੁੜੀਏ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਾਤਾ ਜੀ ਨੂੰ ਸੰਤੋਖ, ਪਿਤਾ ਜੀ ਨੂੰ ਨਿਰਮਾਣਤਾ ਬਖਸ਼ੀ ਹੈ। ਅੱਜ ਸੁਭਾਵਿਕ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜਾਗੇ ਨੇ। ਇਸ਼ਨਾਨ ਕਰਨ ਵਾਸਤੇ ਸਤਿਗੁਰ ਜੀ ਸਵਖਤੇ ਨਿਕਲੇ। ਜਿਹੜੇ ਵੀ ਖੂਹ ਤੇ ਜਾਂਦੇ ਆ, ਜੋ ਖੂਹ ਦੇ ਡੋਲ ਬੰਦ ਨੇ, 2-3 ਖੂਹਾਂ ਤੋਂ ਖਾਲੀ ਮੁੜਨਾ ਪਿਆ। ਆਖਰਕਾਰ ਸੁਭਾਵਿਕ ਬਚਨ ਕਹਿ ਰਹੇ ਨੇ, ਕਿਹੋ ਜਿਹਾ ਪਿੰਡ ਹੈ ਜਿੱਥੇ ਕੋਈ ਤਲਾਬ ਵੀ ਨਹੀਂ ਹੈ, ਤੜਾਗ ਵੀ ਨਹੀਂ ਹੈ। ਸਤਿਗੁਰਾਂ ਦੇ ਇਹ ਬਚਨ ਰਾਏ ਬੁਲਾਰ ਸਾਹਿਬ ਜੀ ਦੇ ਕੰਨਾਂ ਵਿੱਚ ਪੈ ਗਏ। ਮਨ 'ਚ ਬੜੀ ਖੁਸ਼ੀ ਹੋਈ, ਗੁਰੂ ਪਾਤਸ਼ਾਹ ਨੇ ਮੈਨੂੰ ਬਿਨਾਂ ਮੰਗਿਆਂ ਸੇਵਾ ਦੇ ਦਿੱਤੀ। ਕਿਉਂ ਨਾ ਸਤਿਗੁਰਾਂ ਦੇ ਜਾਣ ਤੋਂ ਪਹਿਲਾਂ ਮੈਂ ਇਸ ਨਗਰ ਵਿੱਚ ਪੱਕਾ ਤਲਾਅ ਸਰੋਵਰ ਲਾ ਦਿਆਂ। ਸਵੇਰੇ ਉੱਠਣ ਸਾਰੇ ਪ੍ਰਣ ਕੀਤਾ, ਇਹ ਪਰਪੱਕ ਕਰ ਲਿਆ। ਇੱਥੋਂ ਤੱਕ ਆਪ ਜੀ ਨੇ ਪਾਵਨ ਕਥਾ ਦਾ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਨਾਮ ਸਰੋਵਰ ਲਾਭੋ, ਊਠਤ ਭੋਰ ਇਹ ਮਨ ਆਨਾ। ਜਾਨਤ ਭਾ ਨਿਜ ਕੋ ਕਿਰਤਾਰਥ, ਲਾਏ ਤੜਾਗਰ ਦੇ ਬਿਗਸਾਨਾ। ਜਿਸ ਵੇਲੇ ਰਾਏ ਬੁਲਾਰ ਜੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਸੁਣੇ, ਕਿਉਂਕਿ ਉਸ ਵੇਲੇ ਸਤਿਗੁਰੂ ਜੀ ਉਹਨਾਂ ਦੇ ਹਵੇਲੀ ਦੀ ਦਹਲੀਜ਼ ਤੋਂ ਲੰਘ ਰਹੇ ਨੇ। ਆਖਣ ਲੱਗੇ, ਬਾਲਿਆ ਕਿਹੋ ਜਿਹਾ ਪਿੰਡ ਹੈ ਆਪਣਾ, ਜਿੱਥੇ ਕੋਈ ਸਰੋਵਰ ਨਹੀਂ, ਕੋਈ ਤਲਾਬ ਨਹੀਂ। ਖੂਹਾਂ ਦਾ ਕੀ ਹੈ, ਕਦੇ ਚੱਲਦੇ ਵੀ ਹੁੰਦੇ, ਕਦੇ ਬੰਦ ਵੀ ਹੁੰਦੇ।
ਰਾਏ ਬੁਲਾਰ ਜੀ ਨੇ ਸਤਿਗੁਰਾਂ ਦੀ ਆਵਾਜ਼ ਪਛਾਣੀ ਹੈ। ਸੁਣ ਕੇ ਬੜੀ ਖੁਸ਼ੀ ਹੋਈ ਵੀ ਅੱਜ ਸਵੇਰ ਹੁੰਦਿਆਂ ਹੀ ਇਹ ਕਾਰਜ ਫਤਿਹ ਕਰਨਾ ਹੈ। ਉਹ ਇੱਕ ਰਾਜਾ ਏ। ਰਾਜਿਆਂ ਦੇ ਵਾਸਤੇ ਇਹ ਕੰਮ ਕੋਈ ਬਹੁਤ ਵੱਡੇ ਨਹੀਂ ਹੁੰਦੇ। ਪੁਰਾਣੇ ਸਮੇਂ ਦੇ ਰਾਜੇ ਮਹਾਰਾਜੇ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਇੱਕ ਬਿਲਡਿੰਗ ਉਸਾਰ ਦਿੰਦੇ ਸੀ। ਇੰਨੇ ਲੋਕ ਲੱਗ ਜਾਂਦੇ ਸੀ। ਅੱਜ ਵੀ ਬੜੇ ਹੈਰੀਟੇਜ ਇਦਾਂ ਦੇ ਨੇ ਸਾਡੀ ਇਸ ਧਰਤੀ ਤੇ ਜੋ ਅਸੀਂ ਬਲੀਵ ਨਹੀਂ ਕਰ ਸਕਦੇ ਵੀ ਇਹ ਮਕਾਨ, ਇਹ ਮਹਿਲ ਇੱਕ ਦਿਨ 'ਚ ਬਣਿਆ ਹੋਇਆ, ਦਿਨ ਰਾਤ ਵਿੱਚ। ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬਹੁਤ ਵੱਡੀ ਇੱਕ ਮਜ਼ਾਰ ਹੈ, 3 ਮੰਜ਼ਲੀ ਮਹਿਲ ਹੈ। ਰਾਤ ਦੇ 12 ਘੰਟਿਆਂ ਵਿੱਚ ਨੀਹਾਂ ਤੋਂ ਲੈ ਕੇ ਗੁੰਬਦ ਤੱਕ ਸਾਰਾ ਕੁਝ ਹੀ ਬਣ ਗਿਆ। ਇਹ ਰਾਜੇ ਮਹਾਰਾਜਿਆਂ ਦੀ ਮੈਨ ਪਾਵਰ ਸੀ ਉਸ ਵੇਲੇ। ਰਾਏ ਬੁਲਾਰ ਜੀ ਨੇ ਸੋਚਿਆ ਕਿਉਂ ਨਾ 1-2 ਦਿਨਾਂ ਦੇ ਵਿੱਚ ਮੈਂ ਇਹ ਸਰੋਵਰ ਤਿਆਰ ਕਰਦੇ ਹਾਂ ਤੇ ਪਾਣੀ ਨਾਲ ਭਰਦੇ ਹਾਂ, ਤਾਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਗਰ ਛੱਡਣ ਤੋਂ ਪਹਿਲਾਂ ਇੱਥੇ ਚੁੱਭੀ ਲਾ ਲੈਣ। ਸੋ ਖੁਣ ਵਾਈ ਤਹਾਂ ਝਟਤੀ ਦਿਨ ਈਖਦ ਮੈਂ ਕਰ ਤਿਆਰ ਸੁਜਾਨਾ। ਦਿਨ ਚੜ੍ਹਿਆ, ਆਪਣੀ ਸਭਾ ਦੇ ਵਿੱਚ ਮੰਤਰੀਆਂ ਸੰਤਰੀਆਂ ਸੇਵਾਦਾਰਾਂ ਨੂੰ ਸੱਦਿਆ ਤੇ ਹੁਕਮ ਕਰ ਦਿੱਤਾ। ਰਾਜੇ ਨੇ ਕਿਹੜਾ ਪਰਮਿਸ਼ਨ ਲੈਣੀ ਕਿਸੇ ਤੋਂ। ਨਾਲ ਦੀ ਨਾਲ ਕੰਮ ਵੱਡੇ ਪੱਧਰ ਤੇ, ਜੰਗੀ ਪੱਧਰ ਤੇ ਸ਼ੁਰੂ ਹੋਇਆ। ਸਾਰਾ ਪਿੰਡਾਂ ਦੇ ਪਿੰਡ ਮਿੱਟੀ ਦੀ ਖੁਦਾਈ ਤੇ ਲੱਗੇ ਨੇ। ਕਹਿੰਦੇ ਸਰੋਵਰ, ਤੜਾਗ, ਤਲਾਬ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। ਆਖਰਕਾਰ 1-2 ਦਿਨਾਂ ਦੀ ਮੁਸ਼ੱਕਤ ਕਰਕੇ ਉਹ ਤੜਾਗ, ਤਲਾਬ ਤਿਆਰ ਕੀਤਾ। ਬੜੀਆਂ ਸੋਹਣੀਆਂ ਪੌੜੀਆਂ ਆਸੇ-ਪਾਸੇ ਪੱਕੀਆਂ ਕਰਵਾਈਆਂ। ਉਹਦੇ ਵਿੱਚ ਪਾਣੀ ਛੱਡਿਆ ਗਿਆ ਏ। ਹੈ ਅਬਲੋਂ ਅਸਨਾਨ ਪਨੀਤ ਕਰੇ ਤੇ ਥਾਂ ਤਹੀਂ ਪਾਪ ਪਰਾਨਾ। ਬੇਸ਼ੱਕ ਰਾਏ ਬੁਲਾਰ ਜੀ ਨੇ ਇਸ ਸਰੋਵਰ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਉੱਤੇ ਰੱਖਿਆ ਹੈ, ਪਰ ਗੁਰੂ ਬਾਬਾ ਜੀ ਨੇ ਆਖਿਆ ਇਹ ਸਰੋਵਰ ਸਾਡਾ ਨਹੀਂ, ਇਹ ਰਾਏ ਬੁਲਾਰ ਸਾਹਿਬ ਦਾ ਹੈ, ਇਹਨਾਂ ਦੇ ਨਾਂ ਤੇ ਹੈ। ਅੱਜ ਵੀ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਉਹ ਸਰੋਵਰ ਮੌਜੂਦ ਹੈ। ਕਵੀ ਲਿਖਦੇ ਆ, ਕਹਿੰਦੇ ਸੰਗਤਾਂ ਇਸ਼ਨਾਨ ਕਰਦੀਆਂ ਨੇ, ਲੱਖਾਂ ਪਾਪ ਕੱਟੇ ਜਾਂਦੇ ਆ। ਕੱਟੇ ਉਦੋਂ ਜਾਂਦੇ ਜਦੋਂ ਸ਼ਰਧਾ ਹੋਵੇ। ਬਿਨਾਂ ਸ਼ਰਧਾ ਤੋਂ ਅਸੀਂ ਕਿੰਨੀ ਵਾਰ ਅੰਮ੍ਰਿਤਸਰ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ, ਹਜ਼ਾਰਾਂ ਵਾਰ, ਗਿਣਤੀ ਕੋਈ ਨਹੀਂ। ਕਿੰਨੀ ਵਾਰ ਗੋਇੰਦਵਾਲ ਸਾਹਿਬ ਦੀਆਂ 84 ਪੌੜੀਆਂ ਵਿੱਚ ਆਪਾਂ 84 ਜਪਜੀ ਦੇ ਜਾਪ ਕਰ ਲਏ। ਪਤਾ ਨਹੀਂ ਸਾਡੀ 84 ਕੱਟੀ ਜਾਣੀ, ਪਰ ਕੱਟੀ ਉਦੋਂ ਜਾਏਗੀ ਜਿੱਦਣ ਸ਼ਰਧਾ ਹੋਏਗੀ, ਅਕੀਦਾ ਹੋਏਗਾ। ਅੱਜ ਵੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਰੋਵਰ 'ਚ ਚੁੱਭੀ ਲਾਇਆ, ਲੱਖਾਂ ਦੇ ਰੋਗ ਠੀਕ ਹੋ ਜਾਂਦੇ ਆ, ਪਰ ਲੱਖਾਂ ਉਹ ਵੀ ਤੁਰੇ ਫਿਰਦੇ ਜਿਨ੍ਹਾਂ ਨੂੰ ਫਰਕ ਹੀ ਕੋਈ ਨਹੀਂ ਪਿਆ। ਗੱਲ ਸ਼ਰਧਾ ਦੀ ਹੈ। ਕਵੀ ਜੀ ਆਖਦੇ, ਕਹਿੰਦੇ ਅੱਜ ਵੀ ਉਸ ਪਾਵਨ ਸਰੋਵਰ ਤੇ ਜਦ ਕੋਈ ਪ੍ਰੇਮ ਦੀ ਚੁੱਭੀ ਲਾਉਂਦਾ ਹੈ, ਤਨ ਮਨ ਦੇ ਰੋਗ ਕੱਟੇ ਜਾਂਦੇ ਨੇ। ਦੋਹਰਾ ਮੁਝ ਕੋ ਲਿਓ ਬਲਾਏ ਤਬ ਕਰਵਾਇਓ ਇਸ਼ਨਾਨ ਆਲੇ ਮਿਲ ਕਰ ਸਤਿਗੁਰੂ ਕੀਨੋ ਪੁਨ ਪ੍ਰਸਥਾਨ। ਭਾਈ ਬਾਲਾ ਜੀ ਆਖਦੇ, ਕਹਿੰਦੇ ਤੀਜਾ ਚੌਥਾ ਦਿਨ ਹੋਇਆ ਜਦੋਂ ਸਰੋਵਰ ਹੋ ਗਿਆ ਤਿਆਰ। ਰਾਏ ਬੁਲਾਰ ਸਾਹਿਬ ਜੀ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਸੇਵਾ ਆਪ ਹੀ ਲੈ ਲਈ। ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਬੇਚਾਰਾ ਰਾਮ। ਇਹਨੂੰ ਕਹਿੰਦੇ ਆ, ਇਹ ਹੈ ਵਡੱਪਣ। ਸੇਵਾ ਕਰਕੇ ਗੁਰੂ ਦਾ ਵਡੱਪਣ ਰੱਖਣਾ ਵੀ ਗੁਰੂ ਸਾਹਿਬ ਨੇ ਆਪ ਕਰਾਈ ਹੈ। ਇਹ ਸੇਵਾ ਸੱਚੇ ਪਾਤਸ਼ਾਹ ਨੇ ਆਪ ਲਈ, ਅਸੀਂ ਤੇ ਰੁਲਦੇ ਫਿਰਦੇ ਹਾਂ। ਇਹ ਭਾਵਨਾ ਜਿੱਦਣ ਜਾਗ ਪਈ ਉਦਣ ਸਿੱਖੀ ਬੜੀ ਮਹਾਨ ਸਾਡੇ ਜੀਵਨ ਦੀ ਹੋਏਗੀ। ਰਾਏ ਬੁਲਾਰ ਸਾਹਿਬ ਇੱਕ ਅਨੰਨ ਸਿੱਖ ਨੇ, ਅਜੀਜ਼ ਪਿਆਰੇ ਸਿੱਖ ਨੇ ਗੁਰੂ ਨਾਨਕ ਸਾਹਿਬ ਦੇ। ਅਰਦਾਸ ਕੀਤੀ, ਪਾਤਸ਼ਾਹ ਆਪ ਜੀ ਦੇ ਵਾਸਤੇ ਸਰੋਵਰ ਤਿਆਰ ਹੈ। ਭਾਈ ਬਾਲਾ ਜੀ ਕਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਸੀ। ਮੈਨੂੰ ਮਰਦ ਨੇ ਕਿਹਾ, ਬਾਲਿਆ ਸਵਖਤੇ ਆ ਜਾਈ ਭਾਈ। ਕਹਿੰਦੇ ਮੈਂ ਸੁਬਾਹ 2:30 ਵਜੇ ਉੱਠ ਕੇ ਸਤਿਗੁਰਾਂ ਦੇ ਘਰ ਪਹੁੰਚਿਆ। ਆਵਾਜ਼ ਮਾਰੀ, ਪਾਤਸ਼ਾਹ ਮੈਂ ਹਾਜ਼ਰ ਹਾਂ, ਸੇਵਕ ਤੁਹਾਡਾ। ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਨਾਲ ਲੈ ਕੇ ਕਹਿੰਦੇ ਉਹ ਸਰੋਵਰ ਤੇ ਆਏ ਜਿੱਥੇ ਸਰੋਵਰ ਰਾਏ ਬੁਲਾਰ ਸਾਹਿਬ ਜੀ ਨੇ ਆਪ ਬਣਾਇਆ ਹੋਇਆ। ਉਹ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਖੜੇ ਸੀ। ਗੁਰੂ ਬਾਬਾ ਜੀ ਆਏ, ਚੁੱਭੀ ਲਾਈ, ਇਸ਼ਨਾਨ ਕੀਤਾ ਤੇ ਕੁਛ ਵਰ ਦਿੱਤੇ ਆ।
ਕੁਝ ਬਚਨ ਆਖੇ ਆ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਸਰੋਵਰ ਆਪ ਜੀ ਦਾ। ਸਤਿਗੁਰ ਕਹਿੰਦੇ ਨਹੀਂ, ਇਹ ਮਨੁੱਖਤਾ ਦਾ ਹੈ। ਰਾਏ ਬੁਲਾਰ ਸਾਹਿਬ ਤੁਹਾਡਾ ਹੈ। ਜਿੰਨੇ ਵੀ ਸਰੋਵਰ ਧਾਰਮਿਕ ਅਸਥਾਨ ਨੇ ਇਹ ਸੰਗਤ ਦੇ ਸਾਂਝੇ ਆ, ਇਹ ਮਨੁੱਖਤਾ ਦੇ ਲਈ ਨੇ। ਅੱਜ ਵੀ ਮਨੁੱਖਤਾ ਉਹਨਾਂ ਸਰੋਵਰਾਂ ਤੇ ਇਸ਼ਨਾਨ ਕਰਦੀ ਹੈ, ਉਹਨਾਂ ਪਾਵਨ ਅਸਥਾਨਾਂ ਤੇ ਸੰਗਤਾਂ ਜਾ ਕੇ ਭੋਜਨ ਛਕਦੀਆਂ ਨੇ, ਕਿਉਂਕਿ ਉਹ ਲੰਗਰ ਵੀ ਗੁਰੂ ਦੇ ਆ, ਪੰਗਤ ਵੀ ਗੁਰੂ ਦੀ ਆ, ਸੰਗਤ ਵੀ ਗੁਰੂ ਦੀ। ਜਦੋਂ ਮਹਾਰਾਜ ਨੇ ਵਚਨ ਕੀਤੇ, ਰਾਏ ਬੁਲਾਰ ਜੀ ਨੇ ਚਰਨੀ ਮੱਥਾ ਟੇਕਿਆ। ਸਤਿਗੁਰ ਜੀ ਭਾਈ ਬਾਲਾ ਜੀ ਨੂੰ ਲੈ ਕੇ ਘਰ ਵਾਪਸ ਆ ਗਏ। ਹੁਕਮ ਕੀਤਾ, ਬਾਲਿਆ ਅੱਜ ਸਵੇਰ ਹੁੰਦੇ ਆ, ਭਾਵ ਜੋ ਅਗਲੀ ਸਵੇਰ ਹੈ, ਆਪਾਂ ਇੱਥੇ ਇਸ਼ਨਾਨ ਕਰਕੇ ਚਾਲਾ ਮਾਰ ਦੇਣਾ, ਭਾਵ ਇੱਥੋਂ ਚੱਲਣਾ। ਜੇ ਗੁਰੂ ਸਾਹਿਬ 2 ਦਿਨ ਰੁਕੇ ਆ, ਜਾਣਦੇ ਸੀ ਰਾਏ ਬੁਲਾਰ ਸਾਹਿਬ ਜੀ ਦੇ ਮਨ ਦੀ ਇੱਛਾ। ਉਹਨਾਂ ਕਿਹਾ ਸੀ ਨਾ ਸਭਾ ਦੇ ਵਿੱਚ, ਸਤਿਗੁਰੂ ਮੈਨੂੰ ਕੋਈ ਸੇਵਾ ਦੇ ਦਿਓ। ਮਹਾਰਾਜ ਕਹਿੰਦੇ ਨਹੀਂ, ਤੂੰ ਸਾਡੇ ਨਾਲ ਹੈ, ਤੈਨੂੰ ਸੇਵਾ ਦੀ ਕੀ ਲੋੜ ਹੈ। ਪਰ ਅੱਜ ਉਸ ਪਿਆਰੇ ਸੱਜਣ ਨੂੰ ਸੱਚੇ ਪਾਤਸ਼ਾਹ ਨੇ ਆਪ ਸੇਵਾ ਬਖਸ਼ ਦਿੱਤੀ। ਇਹ ਤੇ ਇਸ਼ਾਰਾ ਹੁੰਦਾ ਸਮਝਦਾਰ ਨੂੰ। ਸਾਨੂੰ ਤੇ ਕਿਹਾ ਵੀ ਕੋਈ ਕਹਦੇ ਸੇਵਾ ਕਰ ਲਓ ਤਾਂ ਨਹੀਂ ਕਰਦੇ, ਪਰ ਜਿਨ੍ਹਾਂ ਦੇ ਭਾਗ ਜਾਗੇ ਆ ਉਹ ਪਹਿਲਾਂ ਵੇਖਦੇ ਆ ਸੇਵਾ ਕਿਹੜੀ ਹੈ। ਗੁਰਬਾਣੀ ਸੇਵਾ ਕਿਸ ਨੂੰ ਆਖਦੀ ਹੈ। ਪਹਿਲਾਂ ਸੇਵਾ ਦੇ ਪਰਥਾਏ ਪੜ੍ਹੀਏ, ਸੇਵਾ ਬਾਰੇ ਜਾਣੀਏ, ਸੇਵਾ ਦਾ ਕਨਸੈਪਟ ਕੀ ਗੁਰੂ ਨਾਨਕ ਦੇ ਘਰ 'ਚ, ਤੇ ਫਿਰ ਉਹ ਸੇਵਾ ਨੂੰ ਤਨ ਲਾ ਕੇ, ਮਨ ਲਾ ਕੇ, ਧਨ ਲਾ ਕੇ ਕਰੀਏ। ਤੇ ਰਾਏ ਬੁਲਾਰ ਸਾਹਿਬ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਜੀ। ਕਹਿੰਦੇ ਅਗਲਾ ਦਿਨ ਹੋਇਆ, ਭਾਈ ਬਾਲਾ ਜੀ ਆਖਦੇ ਮੈਂ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗਿਆ, ਇਸ਼ਨਾਨ ਕੀਤਾ, ਸਤਿਗੁਰਾਂ ਦੇ ਵਿਹੜੇ ਪੁੱਜ ਗਿਆ ਹਾਂ। ਸਵਈਆ ਦੋਏ ਮਹੂਰਤ ਜਾਮਨ ਤੇ, ਗੁਰੂ ਨਾਨਕ ਜੀ ਤਬ ਕੀਨ ਪਿਆਨਾ। ਇੰਨੇ ਨੂੰ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਘਰ ਆ ਗਏ। ਅੱਜ ਡਰ ਕਿਉਂ ਨਹੀਂ? ਕਿਉਂਕਿ ਹੁਣ ਪਿਤਾ ਜੀ ਉਹ ਨਹੀਂ ਰਹੇ ਜਿਵੇਂ ਪਹਿਲਾਂ ਬੋਲਦੇ ਸੀ ਨਾ। ਡਰਦਾ ਕੋਈ ਘਰ ਆਉਂਦਾ ਹੀ ਨਹੀਂ ਸੀ। ਮਾਤਾ ਜੀ ਨੂੰ ਵੀ ਪਤਾ ਹੈ, ਪਿਤਾ ਜੀ ਨੂੰ ਵੀ ਪਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉੱਠੇ, ਕਹਿੰਦੇ ਦੋਏ ਮਹੂਰਤ, ਮਹੂਰਤ ਨਾਮ ਹੈ ਘੜੀਆਂ ਦਾ, ਭਾਵ ਸਵੇਰੇ 4:45 ਵਜੇ ਦਾ ਸਮਾਂ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੀਰਥ ਯਾਤਰਾ ਤੇ ਚੱਲੇ ਨੇ ਸੰਸਾਰ ਨੂੰ ਤਾਰਨ ਵਾਸਤੇ। ਕਿਉਂਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਤਾਪਣ ਸੋਆ, ਉਹ ਥਾਂ ਹੀ ਤੀਰਥ ਹੈ। ਬੜੇ ਤੀਰਥ ਹੋਣਗੇ ਸਨਾਤਨ ਮਤ ਹਿੰਦੂਆਂ ਦੇ, ਮੁਸਲਮਾਨਾਂ ਦੇ, ਜਿੱਥੇ ਜਿੱਥੇ ਪਾਤਸ਼ਾਹ ਨੇ ਜਾਣਾ। ਭਾਈ ਬਾਲਾ ਤੇ ਮਰਦਾਨਾ ਸਤਿਗੁਰਾਂ ਦੇ ਘਰੇ ਆਏ। ਮਹਾਰਾਜ ਨੇ ਮਾਤਾ ਜੀ ਨੂੰ ਮੱਥਾ ਟੇਕਿਆ, ਪਿਤਾ ਜੀ ਨੂੰ ਟੇਕਿਆ, ਉਹਨਾਂ ਕੁਝ ਵੀ ਨਹੀਂ ਗਿਆ, ਸਿਰ ਤੇ ਹੱਥ ਰੱਖਿਆ। ਕਹਿੰਦੇ ਚੱਲ ਮਰਦਾਨਿਆ ਚੱਲੀਏ। ਕਹਿੰਦੇ ਬਾਬਾ ਤੁਸਾਂ ਅੱਗੇ ਜਾਣਾ ਹੈ, ਅਸਾਂ ਤੁਹਾਡੇ ਪਿੱਛੇ ਪਿੱਛੇ ਚੱਲਣਾ ਹੈ। ਗੁਰੂ ਬਾਬਾ ਜੀ ਅੰਮ੍ਰਿਤ ਵੇਲੇ ਆਪਣੇ ਨਗਰੋਂ ਚੱਲੇ ਆ। ਇੱਕ ਇੱਕ ਦੋ ਦੋ ਵਸਤਰ ਭਾਈ ਬਾਲਾ ਤੇ ਮਰਦਾਨਾ ਜੀ ਨੇ ਆਪਣੇ ਨਾਲ ਲਏ ਨੇ। ਬਸ ਇੱਕ ਵਸਤਰਾਂ ਦਾ ਜੋੜਾ ਗੁਰੂ ਨਾਨਕ ਸਾਹਿਬ ਜੀ ਕੋਲੇ ਹੈ। ਇਹ ਧੋ ਲਏ, ਦੂਜੇ ਪਾ ਲੈਣੇ ਆ। ਫਕੀਰਾਂ ਸਾਧੂਆਂ ਦੀ ਜ਼ਿੰਦਗੀ ਤੇ ਐਸੀ ਹੁੰਦੀ ਹੈ। ਸਤਿਗੁਰ ਦੀ ਅੰਮ੍ਰਿਤ ਵੇਲੇ, ਜਿਸ ਵੇਲੇ ਸਾਰੀ ਮਨੁੱਖਤਾ ਸੁੱਤੀ ਹੈ, ਘਰ-ਬਾਰ ਤਿਆਗ ਕੇ ਚੱਲ ਪਏ। ਸੰਗ ਚਲੋ ਸੁਖ ਸਾਗਰ ਕੀ ਜੁਗ, ਮੈਂ ਪੁੰਨ ਔਰ ਚੱਲਿਓ ਮਰਦਾਨਾ। ਭਾਈ ਬਾਲਾ ਜੀ ਆਖਦੇ ਆ ਗੁਰੂ ਅੰਗਦ ਦੇ ਮਹਾਰਾਜ ਜੀਓ, ਅਸੀਂ ਸਤਿਗੁਰਾਂ ਦੇ ਸੰਗ ਲੱਗੇ ਆ, ਸੰਗ ਚੱਲੇ ਆ। ਕਿੱਡੇ ਵੱਡੇ ਭਾਗ ਨੇ ਸਾਡੇ। ਸਾਨੂੰ ਰੱਬ ਪਿਆਰੇ ਨੇ ਆਖਿਆ ਆਪਾਂ ਸੁਬਾਹ ਚੱਲਣਾ, ਦੋਨੋਂ ਹੀ ਆ ਜਿਓ। ਕਿੱਡੀ ਵੱਡੀ ਕਿਸਮਤ ਹੋਣੀ ਭਾਈ ਬਾਲਾ ਤੇ ਮਰਦਾਨਾ ਜੀ ਦੀ, ਜਿਨ੍ਹਾਂ ਨੂੰ ਗੁਰੂ ਬਾਬਾ ਜੀ ਨੇ ਆਪ ਬੁਲਾਇਆ ਤੇ ਨਾਲ ਲੈ ਕੇ ਤੁਰ ਪਏ। ਕਹਿੰਦੇ ਇੱਕ ਪਿਆਰਾ ਖੱਬੇ ਤੇ ਇੱਕ ਪਿਆਰਾ ਸੱਜੇ। ਭਾਈ ਮਰਦਾਨਾ ਜੀ ਨੇ ਰਵਾਬ ਚੁੱਕੀ ਹੈ ਜੋ ਨਾਲ ਲੈ ਕੇ ਆਏ ਹੋਏ। ਇਹ ਉਹੀ ਰਵਾਬ ਹੈ ਜੋ ਸਤਿਗੁਰਾਂ ਦੇ ਨਾਲ ਨਾਲ ਰਹਿੰਦੀ ਹੈ, ਜੋ ਘਰ ਰੱਖ ਕੇ ਚਲੇ ਗਏ ਸੀ। ਅੱਜ ਉਹ ਰਵਾਬ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਪਿੱਛੇ ਪਿੱਛੇ ਤੁਰਦੇ ਨੇ ਤੇ ਗੁਰੂ ਬਾਬਾ ਜੀ ਅੱਗੇ ਅੱਗੇ ਚੱਲ ਰਹੇ ਨੇ। ਐਨੇ ਨੂੰ ਹੌਲੀ ਹੌਲੀ ਸੂਰਜ ਦੀਆਂ ਕਿਰਨਾਂ ਨਿਕਲੀਆਂ ਨੇ। ਚੇਤ ਆਨੰਦ ਸਤੰਗ ਸੁਖੰਦ, ਗੋਬਿੰਦ ਮਕੰਦ ਸਦਾ ਦੁਖੇ ਹਾਨਾ। ਦੀਨ ਦੁਨੀਆ ਦੇ ਦੁੱਖ ਕੱਟਣ ਵਾਲੇ, ਮੁਕਤੀ ਦੇ ਦਾਤੇ, ਸਤ ਚਿਤ ਆਨੰਦ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਿਨਾਂ ਰੁਕੇ ਚੱਲ ਰਹੇ ਨੇ। ਭਾਈ ਬਾਲਾ ਜੀ ਤੇ ਕਵੀ ਭਾਈ ਸੰਤੋਖ ਸਿੰਘ ਆਖ ਰਹੇ ਨੇ, ਕਹਿੰਦੇ ਸਫ਼ਰ ਤੇ ਬਹੁਤ ਵੱਡਾ ਏ, ਪਰ ਇੱਥੇ ਇਤਿਹਾਸ ਵਿੱਚ ਆਪਾਂ ਸੰਖੇਪ ਸਰਵਣ ਕਰਨਾ ਸ਼ਾਰਟ ਵਿੱਚ, ਕਿਉਂਕਿ ਅੱਜ ਵੀ ਸੈਂਕੜੇ ਅਸਥਾਨ ਐਸੇ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਜੋ ਪ੍ਰਗਟ ਹੋਣ ਵਾਲੇ ਆ।
ਤਕਰੀਬਨ ਵਿਸ਼ਵ ਦੇ ਵਿੱਚ 526 ਅਸਥਾਨ ਐਸੇ ਨੇ ਜੋ ਅਜੇ ਤੱਕ ਸਿੱਖਾਂ ਤੋਂ ਅਲੋਪ ਨੇ, ਤੇ ਸਿੱਖਾਂ ਨੂੰ ਵੀ ਨਹੀਂ ਪਤਾ ਸਾਡੇ ਸਤਿਗੁਰ ਆਏ ਹੋਏ ਆ, ਕਿਉਂਕਿ ਸਾਡਾ ਇਤਿਹਾਸ ਵਾਲੇ ਪਾਸੇ ਨਾ ਇੰਟਰਸਟ ਸੀ, ਨਾ ਅੱਜ ਹੈ ਨਾ ਹੋਣਾ। ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਸਾਡੀ ਯੂਨੀਵਰਸਿਟੀਆਂ ਵਿਹਲੀਆਂ ਪਈਆਂ ਨੇ, ਪੰਜਾਬੀ ਦੇ ਨਾਂ 'ਤੇ ਪੰਜਾਬੀ ਯੂਨੀਵਰਸਿਟੀਆਂ ਬਣੀਆਂ ਨੇ, ਇਤਿਹਾਸ ਕਿੱਥੇ ਆ ਸਾਡਾ? ਪੁਰਾਤਨ ਗ੍ਰੰਥਾਂ ਨੂੰ ਕੱਢ ਕੇ ਰਾਤਾਂ ਨੂੰ ਟਰੱਕਾਂ ਦੇ ਰਾਹੀਂ ਸਾੜਿਆ ਜਾਂਦਾ, ਸਮੇਟਿਆ ਜਾਂਦਾ ਹੈ, ਤਾਂ ਜੋ ਸਿੱਖਾਂ ਦੇ ਕੋਲ ਕੋਈ ਪੁਰਾਤਨ ਗ੍ਰੰਥ ਨਾ ਰਹੇ, ਇਤਿਹਾਸ ਨਾ ਰਹੇ। ਤੇ ਅਸੀਂ ਤੇ ਲੱਭਣ ਦੀਆਂ ਗੱਲਾਂ ਛੱਡੋ, ਸਾਡੇ ਕੋਲ ਜਿਹੜੇ ਹੈ ਸਾਡੇ ਉਹ ਵੀ ਨਹੀਂ ਰਹਿਣੇ। ਆਖੋ ਸਤਨਾਮ। ਯਾਦ ਰੱਖਿਓ, ਜਿਹੜੀਆਂ ਪਿਰਤਾਂ ਸਾਡੇ 'ਚ ਚੱਲ ਰਹੀਆਂ ਨੇ ਨਾ, ਜਿਹੜੇ ਰਾਹਾਂ 'ਤੇ ਅਸੀਂ ਪਏ ਹੋਏ ਆ, ਆਉਣ ਵਾਲੇ ਸਮੇਂ 'ਚ ਗੁਰਦੁਆਰੇ ਮੰਦਿਰ ਬਣਨ ਵਿੱਚ ਦੇਰ ਨਹੀਂ ਲੱਗਣੀ। ਜਿੰਨਾ ਟਰੈਕਾਂ ਤੇ ਰਾਹਾਂ 'ਤੇ ਚੱਲ ਰਹੀ ਅੱਜ ਕੌਮ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐਸੇ ਹਜ਼ਾਰਾਂ ਥਾਵਾਂ 'ਤੇ ਗਏ ਨੇ ਜਿਨ੍ਹਾਂ ਥਾਵਾਂ ਨੂੰ ਅੱਜ ਵੀ ਕਿਸੇ ਨੇ ਅਣਗੌਲਿਆ ਕੀਤਾ ਹੋਇਆ। ਅੱਜ ਵੀ ਕੋਈ ਪਰਸਨਲ ਕਬਜ਼ਾ ਕਰੀ ਬੈਠਾ, ਉਹ ਥਾਂ ਹੀ ਨਹੀਂ ਛੱਡਦਾ, ਜਦ ਕਿ ਉਹ ਧਰਤੀਆਂ, ਉਹ ਥਾਵਾਂ ਐਸੀਆਂ ਨੇ ਜਿਨ੍ਹਾਂ ਦੇ ਇਤਿਹਾਸ ਪ੍ਰਗਟ ਨੇ, ਇਤਿਹਾਸ ਪ੍ਰਗਟ ਨੇ ਜਿਨ੍ਹਾਂ ਦੇ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੱਲਦੇ ਚੱਲਦੇ, ਉਦੋਂ ਤੇ ਆ ਨਾ ਪਾਕਿਸਤਾਨ ਸੀ ਨਾ ਹਿੰਦੁਸਤਾਨ ਸੀ, ਉਦੋਂ ਸਿਰਫ ਇੱਕੋ ਹੀ ਭਾਰਤ ਸੀ ਸਾਡਾ। ਉਸ ਦਿਸ਼ਾ ਨੂੰ ਜਾ ਰਹੇ ਨੇ, ਏਮਨਾਬਾਦ ਵਾਲੇ ਪਾਸੇ। ਜਗਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਨਾਲ ਰਹਿਣ ਕਰਕੇ ਸਤ ਚਿੱਤ ਆਨੰਦ ਸਰੂਪ ਪ੍ਰਾਪਤ ਹੁੰਦਾ, ਭਾਵ ਦੁੱਖ ਸੁੱਖ ਕੋਈ ਨਹੀਂ। ਭਾਈ ਬਾਲਾ ਜੀ ਦੱਸ ਰਹੇ ਨੇ, ਕਹਿੰਦੇ ਅਸੀਂ ਉਸ ਗਰੀਬ ਨਵਾਜ ਦੇ ਨਾਲ ਚੱਲੇ, ਮਾਣ ਸਾਨੂੰ ਹੈ, ਖੁਸ਼ੀ ਬਹੁਤ ਹੈ ਵੀ ਜੇ ਰੱਬ ਨਾਲ ਇੰਨਾ ਸਮਾਂ ਬਤੀਤ ਕਰਨ ਦਾ ਸਮਾਂ ਮਿਲਦਾ ਤੇ ਅਸੀਂ ਤੇ ਜੀਵਨ ਮੁਕਤ ਹਾਂ। ਜਿਉਂਦੇ ਜੀ ਮੁਕਤ ਨੇ, ਮਰਿਆ ਮੁਕਤੀ ਕਿਹਨੇ ਵੇਖੀ ਹੈ? ਬੜੇ ਫਕੀਰ, ਬੜੇ ਸਾਧੂ, ਬੜੇ ਚੋਰ ਯਾਰ ਠੱਗ ਸਾਨੂੰ ਰਾਹਾਂ ਵਿੱਚ ਮਿਲਦੇ ਰਹੇ ਨੇ। ਤਾਂ ਗੁਰ ਕੀ ਪਦ ਪੰਕਜ ਉਪਰ ਜਾਤ ਸਦੀਵ ਕਵੀ ਕੁਰਬਾਨਾ। ਮਹਾਕਵੀ ਭਾਈ ਸੰਤੋਖ ਸਿੰਘ ਸਤਿਗੁਰਾਂ ਦੀ ਮਹਿਮਾ ਕਰਦੇ ਲਿਖਦੇ, ਕਹਿੰਦੇ ਐਸੇ ਸਾਹਿਬ ਦੇ ਚਰਨਾਂ ਤੇ ਮੇਰੀ ਤੇ ਸਦਾ ਹੀ ਬੰਧਨ ਹੈ। ਜਿਉਂਦਾ ਵੀ ਨਮਸਕਾਰਾ ਕਰਦਾ ਕਰਦਾ ਮਰ ਕੇ ਵੀ ਰਹੂੰਗਾ। ਆਖੋ ਸਤਨਾਮ। ਕਿਉਂਕਿ ਉਹ ਪੀਰਾਂ ਦੇ ਪੀਰ ਪਾਤਸ਼ਾਹ ਨੇ, ਜਿਨ੍ਹਾਂ ਵਰਗਾ ਦਾਨੀ, ਜਿਨ੍ਹਾਂ ਵਰਗਾ ਪਰਉਪਕਾਰੀ ਇਸ ਜੱਗ ਤੇ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇੱਥੇ ਉਹ ਮਹਿਮਾ ਲਿਖਣ ਲੱਗੇ ਕਲਯੁਗ ਦੇ ਸਮੇਂ ਦੇ ਵਿੱਚ, ਕਿਉਂਕਿ ਅੱਜ ਸਤਿਗੁਰ ਜੀ ਚੱਲੇ ਨੇ ਯਾਤਰਾ ਤੇ। ਯਾਤਰਾ ਸ਼ਬਦ ਆ ਨਾ ਜਿਹੜਾ, ਇਹ ਅਰਬੀ ਭਾਸ਼ਾ ਦਾ ਹੈ। ਯਾਰਤ ਸ਼ਬਦ ਤੋਂ ਯਾਤਰਾ ਬਣਿਆ ਹੋਇਆ ਹੈ। ਯਾਰਤ ਮੱਕੇ ਦੀ ਯਾਤਰਾ ਕਰਨੀ, ਤੇ ਯਾਤਰਾ ਕਰਨ ਵਾਲਾ ਹੁੰਦਾ ਯਾਤਰੀ, ਭਾਵ ਜੋ ਸਫ਼ਰ ਕਰ ਰਿਹਾ ਹੈ, ਜੋ ਸਫ਼ਰ ਦੇ ਰਾਹ ਤੇ ਹੈ, ਤੇ ਇਸ ਸਫ਼ਰ ਦਾ ਨਾਮ ਹੁੰਦਾ ਯਾਤਰਾ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਯਾਤਰਾ ਤੇ ਚੱਲੇ ਨੇ, ਨਾਲ ਸਤਿਗੁਰਾਂ ਦੇ ਦੋ ਪਿਆਰੇ ਦੋਨੋਂ ਸਿੱਖ ਨੇ, ਜੋ ਘਰ ਦੀ ਚਿੰਤਾ, ਜਗ ਦੀ ਚਿੰਤਾ ਛੱਡ ਕੇ ਤੁਰੇ ਨੇ। ਦੁਨੀਆ ਕੀ ਕਹੇਗੀ ਇਹ ਮੈਟਰ ਕਦੇ ਵੀ ਨਹੀਂ ਕਰਦਾ, ਇਸ ਗੱਲ ਦੀ ਪਰਵਾਹੀ ਕੋਈ ਨਹੀਂ। ਬਸ ਖੁਸ਼ੀ ਇਸ ਗੱਲ ਦੀ ਹੈ, ਅਸੀਂ ਗੁਰੂ ਸਾਹਿਬ ਦੇ ਨਾਲ, ਸਤਿਗੁਰ ਸਾਡੇ ਨਾਲ ਨੇ। ਬਸ ਜੀਵਨ ਦੀਆਂ ਖੁਸ਼ੀਆਂ ਇਹ ਨੇ, ਤੁਸੀਂ ਜਦੋਂ ਆਪਣੇ ਕਿਸੇ ਕੋਲੋਂ ਜਗ ਦੀ ਪਰਵਾਹ ਛੱਡ ਦਿਓ, ਉਸ ਸਮੇਂ ਨੂੰ ਆਨੰਦਿਤ ਹੋ ਕੇ ਵੇਖੋ। ਵੇਖੀ ਜਾਓ ਦੁਨੀਆ ਦੇ ਤੇ ਰੰਡੀ ਰੋਣੇ ਚੱਲਦੇ ਰਹਿੰਦੇ ਸਾਰੀ ਜ਼ਿੰਦਗੀ, ਇੱਥੇ ਖੁਸ਼ ਕਾਲ ਹੈ। ਭਾਵੇਂ ਅੱਜ ਸਤਿਗੁਰ ਨਗਰ ਛੱਡ ਕੇ ਆਏ ਨੇ, ਲੋਕਾਂ ਗੱਲਾਂ ਬੜੀਆਂ ਕਰਨੀਆਂ ਪਿੱਛੋਂ। ਵੇਖਿਆ ਹੁਣ ਕਲਿਆਣ ਚੰਦ ਜੀ ਦਾ ਪੁੱਤਰ ਛੱਡ ਗਿਆ ਨਾ ਘਰ-ਬਾਰ, ਬਹੁਤ ਕੁਝ ਬੋਲਣਾ ਹੈ। ਜੇ ਹੁਣ ਲੋਕਾਂ ਦੀਆਂ ਸੁਣ ਕੇ ਜਵਾਬ ਦੇਣਾ, ਫਿਰ ਤੇ ਜ਼ਿੰਦਗੀ ਅੱਗੇ ਨਹੀਂ ਨਾ ਵੱਧਦੀ। ਗੁਰੂ ਸਾਹਿਬ ਚੱਲੇ ਆ, ਨਾਲ ਮੁਸਲਮਾਨ ਜਾਤ ਵਿੱਚੋਂ ਭਾਈ ਮਰਦਾਨਾ ਜੀ, ਜੋ ਮਰਾਸੀਆਂ ਦੀ ਕੁੱਲ ਵਿੱਚੋਂ ਨੇ, ਸੰਧੂਆਂ ਦੀ ਗੋਤ ਵਿੱਚੋਂ ਜ਼ਿਮੀਦਾਰ ਹਨ ਭਾਈ ਬਾਲਾ ਜੀ। ਇੱਥੇ ਜਾਤ ਦਾ ਮਤਲਬ ਇਹ ਨਹੀਂ ਵੀ ਜੇ ਸੰਧੂ ਆ ਗਿਆ ਤੇ ਪਤਾ ਨਹੀਂ ਕੋਈ ਜੱਟ ਹੋ ਗਿਆ, ਨਹੀਂ। ਉਹਨਾਂ ਸਮਿਆਂ ਵਿੱਚ ਗੋਤਾਂ ਕਰਕੇ, ਪੱਤੀਆਂ ਕਰਕੇ ਪਿੰਡਾਂ 'ਚ ਜਾਣਿਆ ਜਾਂਦਾ ਸੀ, ਕਿਉਂਕਿ ਰਾਏ ਭੋਏ ਦੀ ਤਲਵੰਡੀ ਵਿੱਚ ਭਾਈ ਬਾਲਾ ਜੀ ਦੇ ਨਾਮ ਦੇ 2 ਸਿੱਖ ਰਹਿੰਦੇ ਆ। ਤੇ ਭਾਈ ਬਾਲਾ ਜੀ ਕਿਹੜੇ ਫਿਰ? ਕਿਉਂ ਲਿਖਾਇਆ ਸ਼੍ਰੀ ਬਾਲਾ ਸੰਦਰਬਾਚ ਵੀ ਇਹ ਸੰਧੂਆਂ ਦੀ ਕੁੱਲ ਦੇ ਵਿੱਚੋਂ ਨੇ, ਚੰਦਰਪਾਨ ਜੀ ਦੇ ਪੁੱਤਰ। ਇਦਾਂ ਸੀ। ਅੱਜ ਤੇ ਅਸੀਂ ਜਾਤਾਂ ਤੇ ਗੋਤਾਂ ਨੂੰ ਹੰਕਾਰ ਵਜੋਂ ਵਰਤਦੇ ਆ, ਉਦੋਂ ਸਿਰਫ ਨਿਸ਼ਾਨੀ ਵਜੋਂ ਵਰਤੇ ਜਾਂਦੇ ਸੀ। ਪਿੰਡ ਵਿੱਚ ਇੱਕ ਨਾਮ ਦੇ, ਮੰਨ ਲਓ ਰਾਮ ਸਿੰਘ ਹੈ, ਕਿੰਨੇ ਰਾਮ ਸਿੰਘ ਨੇ ਪਿੰਡ 'ਚ? ਕੋਈ ਤਰਖਾਣਾ 'ਚੋਂ ਹੈ, ਕੋਈ ਮਜ਼੍ਹਬੀਆਂ 'ਚੋਂ, ਕੋਈ ਕਿਸੇ 'ਚੋਂ, ਕੋਈ ਕਿਸੇ 'ਚੋਂ। ਮਿਲਣਾ ਇੱਕ ਨੂੰ ਆ ਤੇ ਇਕੱਠੇ 20 ਹੋ ਜਾਂਦੇ ਆ। ਦੱਸਿਆ ਜਾਂਦਾ ਸੀ ਫਲਾਣਾ ਫਲਾਣਿਆਂ 'ਚੋਂ। ਅੱਜ ਵੀ ਪਿੰਡਾਂ 'ਚ ਜਾਓਗੇ ਲੋਕ ਪੁੱਛਦੇ ਕਿਹਨੂੰ ਮਿਲਣਾ ਜੀ, ਕਿਹੜਿਆਂ ਨੂੰ ਮਿਲਣਾ ਹੈ? ਜੇ ਫਲਾਣਿਆਂ ਦੇ ਘਰ ਤੇ ਉਧਰਲੇ ਪਾਸੇ ਆ, ਇਹਨਾਂ ਦੇ ਇੱਧਰ ਨੇ। ਸੁਭਾਵਿਕ ਜਾਣਨ ਲਈ। ਚਲੋ ਹੁਣ ਤੇ ਛੂਤ ਛਾਤ ਹੰਕਾਰ ਨਹੀਂ, ਚੂਚ ਚੱਲੀ ਜਾਂਦਾ।
ਬਿਰਤੀ ਹਰ ਬੰਦੇ ਦੀ ਖਰਾਬ ਹੈ, ਚਾਹੇ ਜਿਹੜਾ ਮਰਜ਼ੀ ਧਰਮ ਦਾ ਹੋਵੇ। ਉਹਨਾਂ ਸਮਿਆਂ ਵਿੱਚ ਭਾਈ ਬਾਲਾ ਭਾਈ ਮਰਦਾਨਾ ਚੱਲੇ ਆ। ਕਦੇ ਨਹੀਂ ਸੋਚਿਆ ਇਹ ਮੁਸਲਮਾਨ ਨੇ, ਕਦੇ ਨਹੀਂ ਸੋਚਿਆ ਅਸੀਂ ਸਿੱਖ ਹਾਂ ਜਾਂ ਹਿੰਦੂ ਹਾਂ ਜਾਂ ਕੌਣ ਹਾਂ। ਕਦੇ ਕੋਈ ਵਿਤਕਰਾ ਤਿੰਨੇ ਮਿੱਤਰਾਂ ਵਿੱਚ ਹੋਇਆ ਹੀ ਨਾ। ਦੋਹਰ ਮੰਦ ਮੰਦ ਗਤ ਸੁੰਦਰੀ, ਪਦ ਪਦਵੀ ਪਰ ਪਾਏ, ਮੈਂ ਪੁਨ ਮਰਦਾਨਾ ਦੋ, ਸਤਿਗੁਰ ਪੀਛੇ ਜਾਏ। ਭਾਈ ਬਾਲਾ ਜੀ ਆਖਦੇ ਸਤਿਗੁਰੂ ਜੀ ਅਸੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹਮੇਸ਼ਾ ਪਿੱਛੇ ਹੀ ਚੱਲੇ ਆ, ਕਦੇ ਗਲਤੀ ਨਾਲ ਵੀ ਇੱਕ ਕਦਮ ਅਸੀਂ ਗੁਰੂ ਬਾਬਾ ਜੀ ਤੋਂ ਅੱਗੇ ਨਹੀਂ ਹੋਏ। ਭਾਈ ਮਰਦਾਨਾ ਖੱਬੇ ਤੇ ਭਾਈ ਬਾਲਾ ਜੀ ਸੱਜੇ, ਪਰ ਰਹਿਣਾ ਵੀ ਪਿੱਛੇ। ਇਹ ਨਹੀਂ ਹੈ ਵੀ ਬਰਾਬਰ ਤੁਰਨਾ ਹੈ। ਆਪ ਤੋਂ ਵੱਡਿਆਂ ਦਾ ਮਾਣ ਸਨਮਾਨ ਕੀ ਹੁੰਦਾ ਹੈ? ਹਮੇਸ਼ਾ ਉਹਨਾਂ ਅੱਗੇ ਝੁਕ ਕੇ ਚੱਲੋ, ਖੱਬੇ ਹੱਥ ਚੱਲੋ, ਹਮੇਸ਼ਾ ਪਿੱਛੇ ਰਹਿ ਕੇ ਚੱਲੋ। ਇਹ ਸਤਿਕਾਰ ਹੈ। ਅਸੀਂ ਤੇ ਕਹਿੰਦੇ ਆ ਯਾਰ ਤੂੰ ਪਿੱਛੇ ਹਟ, ਮੈਂ ਹੀ ਲਾਡੂ ਖਾਂ, ਤੂੰ ਕੌਣ ਹੁੰਦਾ? ਰੁਤਬੇ ਦਾ ਸਤਿਕਾਰ ਇਹ ਹੈ। ਭਾਈ ਬਾਲਾ ਜੀ ਕਹਿੰਦੇ ਅਸੀਂ ਸਤਿਗੁਰਾਂ ਤੋਂ ਹਮੇਸ਼ਾ ਇੰਨਾ ਕੁ ਫਰਕ ਰੱਖਦੇ ਸੀ ਵੀ 5 ਤੋਂ 7 ਫੁੱਟ ਗੁਰੂ ਸਾਹਿਬ ਦੇ ਅਸੀਂ ਪਿੱਛੇ ਹੋ ਕੇ ਤੁਰਦੇ ਸੀ। ਕਿਉਂ ਤੁਰਦੇ ਸੀ? ਉਹ ਜਾਣਦੇ ਆ ਇਹ ਸ੍ਰਿਸ਼ਟੀ ਦੇ ਮਾਲਕ ਨੇ, ਇਹ ਆਪ ਪਰਮਾਤਮਾ ਨੇ, ਇਹਨਾਂ ਦੇ ਬਰਾਬਰ ਚੱਲਣ ਵਾਸਤੇ ਵੀ ਅਜੇ ਤੱਕ ਕੋਈ ਜੱਗ ਤੇ ਜੰਮਿਆ ਹੀ ਨਹੀਂ। ਆਖੋ ਸਤਨਾਮ। ਕਿਤੇ ਸਿੱਖਾਂ ਦੀ ਐਡੀ ਵੱਡੀ ਭਾਵਨਾ ਤੇ ਅੱਜ ਵਾਲਾ ਸਿੱਖ ਉਹ ਮੈਨੂੰ ਰਾਤ ਨੂੰ ਗੁਰੂ ਨਾਨਕ ਸਾਹਿਬ ਦਿਖਦੇ ਆ। ਕਦੋਂ ਦਿਖਦੇ ਆ? ਕਹਿੰਦਾ ਜਦੋਂ ਮੈਂ ਨਾ ਸੁੱਤਾ ਹੁੰਦਾ 1 ਵਜੇ, ਉਦੋਂ ਵੀ ਪਤੰਦਰਾ ਤੈਨੂੰ ਇੰਨਾ ਪਤਾ ਵੀ ਤੂੰ ਸੁੱਤਾ ਤੇ ਉਦੋਂ ਰਜਾਈ ਲਈ ਸੀ ਕਿ ਨਹੀਂ, ਕਿਹੜੇ ਕਮਰੇ 'ਚ ਸੁੱਤਾ ਸੀ, ਕਿਹੜੇ ਹਾਲਾਤ ਸੀ, ਕਿੰਨੇ ਵਜੇ, ਤੈਨੂੰ ਸਮੇਂ ਦਾ ਨਹੀਂ ਪਤਾ ਤੇ ਤੈਨੂੰ ਇੰਨਾ ਪਤਾ ਵੀ ਬਾਬਾ ਨਾਨਕ ਤੈਨੂੰ ਸੁੱਤੇ ਨੂੰ ਮਿਲਣ ਆਇਆ। ਸੁੱਤਿਆਂ ਨੂੰ ਮਿਲਦਾ ਹੈ। ਮਰਜਦ ਕਹਿੰਦੇ ਭਾਈ ਗੁਰੂ ਜਦ ਮਿਲਦਾ ਹੈ ਉਹ ਜਾਗਤ ਜੋਤ ਹੈ, ਜਿੱਦਣ ਵੀ ਮਿਲਣਾ ਉਹਨੇ ਜਾਗਰਤ ਹੋ ਕੇ ਸਨਮੁਖ ਹੋ ਕੇ ਮਿਲਣਾ। ਆਖੋ ਸਤਨਾਮ। ਭਗਤਾਂ ਦਾ ਜੀਵਨ ਪੜ੍ਹਦੇ ਹੋ, ਇਹ ਬਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ। ਗੁਸਾਈਆਂ ਕਿਹਨੂੰ ਕਹਿੰਦੇ? ਰੱਬ ਨੂੰ। ਕਹਿੰਦੇ ਪ੍ਰਤੱਖ ਮਿਲਿਆ ਧੰਨਾ ਵਡ ਭਾਗਾ। ਕਿਤੇ ਲਿਖਿਆ ਵੀ ਸੁੱਤਾ ਪਿਆ ਸੀ, ਪੱਥਰ ਦਾ ਸਰਾਣਾ ਲਾ ਕੇ ਰੱਬ ਆਇਆ, ਕਹਿੰਦਾ ਓਏ ਸੁੱਤਾ ਪਿਆ, ਚੱਲ ਸੁੱਤਾ ਹੀ ਲੈ ਜਾ ਸਾਰਾ ਕੁਛ। ਬੜੀ ਵਾਰ ਮਰਦ ਨੇ ਲਿਖਿਆ ਵੀ ਜਾਗਦੇ ਲੈ ਜਾਂਦੇ ਆ, ਸੁੱਤੇ ਸੁੱਤੇ ਰਹਿ ਜਾਂਦੇ ਆ। ਇੱਕ ਜਾਗਨ ਲਹਨ ਸੇ ਸਾਈ ਕੰਨੋ ਦਾਤ। ਰੱਬ ਦੀਆਂ ਦਾਤਾਂ ਤੇ ਉਹਨਾਂ ਕੋਲ ਨੇ ਜਿਹੜੇ ਜਾਗਦੇ ਆ, ਜਿਹੜੇ ਜਾਗਰਤ ਨੇ। ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ ਰਹਿੰਦੇ ਆ, ਇੰਦਰੀਆਂ ਕਰਕੇ, ਸੁਰਤ ਕਰਕੇ, ਗਿਆਨ ਕਰਕੇ, ਜਾਗਦੇ ਹੋ ਕੇ। ਕਈ ਵਾਰ ਇਦਾਂ ਹੁੰਦਾ ਆਪਾਂ ਨਾਲ ਬੈਠੇ ਆ ਤੇ ਹੁੰਦੇ ਆਪਾਂ ਕਿਤੇ ਹੋਰ ਆ, ਬੈਠੇ ਵਿਆਹ 'ਚ ਆ, ਬੈਠੇ ਸ਼ਗਨ 'ਚ ਆ, ਧਿਆਨ ਹੈ ਹੀ ਨਹੀਂ ਉੱਥੇ। ਧਿਆਨ ਤੇ ਆ ਵੀ ਜੇ ਮੈਂ ਲੇਟ ਹੋ ਗਿਆ ਮੇਰਾ ਕੰਮ ਖਰਾਬ ਹੋ ਜਾਣਾ, ਪਤਾ ਨਹੀਂ ਇਹਨਾਂ ਨੇ ਲਾਵਾਂ ਕਦੋਂ ਪੜ੍ਹਨੀਆਂ ਨੇ, ਆਹ ਕੰਮ ਕਦੋਂ ਕਰਨਾ, ਉੱਥੇ ਹੈ ਹੀ ਨਹੀਂ ਅਸੀਂ। ਪਰ ਇਹ ਦੋਨੋਂ ਪਿਆਰੇ ਸਿੱਖ ਜਦ ਵੀ ਚੱਲਦੇ ਨੇ ਸਤਿਗੁਰਾਂ ਤੋਂ ਪਿੱਛੇ ਪਿੱਛੇ ਚੱਲਦੇ ਨੇ, ਭਾਵੇਂ ਕਿ ਗੁਰੂ ਨਾਨਕ ਸਾਹਿਬ ਬਚਪਨ ਦੇ ਮਿੱਤਰ ਨੇ। ਮਿੱਤਰ ਜਾਣ ਕੇ ਵੀ ਕਦੇ ਭਾਈ ਬਾਲਾ ਜੀ ਨੇ ਗੁਰੂ ਸਾਹਿਬ ਨੂੰ ਮਿੱਤਰ ਨਹੀਂ ਜਾਣਿਆ। ਰੱਬ ਜਾਣਦੇ ਨੇ। ਉਹ ਅੱਜ ਕੋਈ ਗੁਰਮੁਖ ਪਿਆਰਾ, ਕੋਈ ਬੰਦਗੀ ਵਾਲਾ ਸਾਡਾ ਦੋਸਤ ਮਿੱਤਰ ਹੋਵੇ, ਸਾਡੇ ਪਰਿਵਾਰ 'ਚੋਂ ਹੋਵੇ, ਉਹ ਅਸੀਂ ਤੇ ਉਹਨੂੰ ਮਜ਼ਾਕ ਸਮਝਦੇ ਹਾਂ। ਮਜ਼ਾਕ ਤੂੰ ਹੈ ਕੀ ਚੀਜ਼ ਆ? ਇਸੇ ਕਰਕੇ ਨਾਨਕੇ ਦਾਦਕੇ ਲੰਗੋਟੀਏ ਯਾਰ, ਰੱਬ ਤੇ ਰੱਬ ਦੇ ਪਿਆਰਿਆਂ ਦੀ ਕਦੇ ਸਾਰ ਜਾਣ ਹੀ ਨਹੀਂ ਸਕਦੇ। ਸਾਧੂ ਮਹਾਤਮਾ ਭਗਤੀ ਕਰੇ, ਗੁਰੂ ਨਾਨਕ ਸਾਹਿਬ ਜੀ ਦਾ ਪਰਿਵਾਰ ਹੀ ਨਹੀਂ ਮੰਨਦਾ ਉਹਨਾਂ ਨੂੰ। ਕਹਿੰਦੇ ਅਸੀਂ ਤੂੰ ਸਾਡਾ ਪੁੱਤ ਹੈ। ਨਾ ਦਾਦਕੇ ਮੰਨਣ ਨਾ ਨਾਨਕੇ ਮੰਨਣ, ਮੰਨਦਾ ਸੀ ਕੋਈ? ਲੰਗੋਟੀ ਯਾਰ ਕਿੰਨੇ ਸੀ ਗੁਰੂ ਸਾਹਿਬ ਦੇ ਜਿਹੜੇ ਸਤਿਗੁਰਾਂ ਨੂੰ ਮਜ਼ਾਕ ਤੇ ਮਖੌਲ ਕਰਦੇ ਸੀ? ਓਏ ਦੋ ਹੀ ਸੱਜਣ ਸੀ ਜਿਨ੍ਹਾਂ ਨੇ ਉਸ ਰੱਬ ਨੂੰ ਜਾਣਿਆ ਤੇ ਮੰਨਿਆ। ਜੇ ਮੰਨਿਆ ਤੇ ਜਾਣਿਆ, ਅੱਜ ਵੀ ਨਾਲ ਤੁਰੇ ਫਿਰਦੇ ਆ, ਅੱਜ ਵੀ ਨਾਲ ਨੇ। ਭਾਈ ਬਾਲਾ ਜੀ ਭਾਵਕ ਹੋ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਸ ਫੇਰੀ ਦਾ ਜ਼ਿਕਰ ਦੱਸਦੇ ਆ। ਕਹਿੰਦੇ ਸਤਿਗੁਰ ਹਮੇਸ਼ਾ ਕੋਸ਼ਿਸ਼ ਕਰਦੇ ਸੀ ਅਸੀਂ ਉਹਨਾਂ ਤੋਂ ਅੱਗੇ ਚੱਲੀਏ। ਉਹ ਸਾਡੇ ਪਿਆਰੇ ਦਾ ਮਾਣ ਸੀ, ਉਹਨਾਂ ਦਾ ਬਖਸ਼ਿਆ ਸਾਨੂੰ ਸਤਿਕਾਰ ਸੀ, ਪਰ ਅਸੀਂ ਜਾਣਦੇ ਸੀ ਸਾਡਾ ਰੁਤਬਾ ਕੀ ਹੈ। ਚੌਪਈ ਹੇਤ ਭਗਤ ਸ੍ਰਿਤਾ ਵਿਸਤਾਰਨ, ਨਾਨਕ ਰਾਏ ਜਗਤ ਨਿਸਤਾਰਨ। ਬੜਾ ਸੋਹਣਾ ਛੰਦ ਲਿਖਿਆ। ਕਹਿੰਦੇ ਗੁਰੂ ਨਾਨਕ ਰਾਏ ਜੀ ਭਗਤੀ ਦਾ ਸਰੂਪ ਵਿਸਤਾਰਨ ਵਾਸਤੇ, ਪ੍ਰਗਟ ਕਰਨ ਵਾਸਤੇ ਇਸ ਧਰਤੀ ਤੇ ਆਏ ਨੇ। ਬੜੀ ਦੁਨੀਆ ਪਹਿਲਾਂ ਆਈ ਸਤਿਗੁਰਾਂ ਤੋਂ, ਬਹੁਤ ਆਏ ਨੇ। ਪਰਮਾਤਮਾ ਨੂੰ ਫੇਰ ਆਉਣਾ ਪਿਆ ਜਦੋਂ ਰੱਬ ਦੇ ਨਾਮ ਦਾ ਜ਼ਿਕਰ ਹੀ ਨਹੀਂ ਹੋਇਆ ਕਿਤੇ। ਜਿਹੜਾ ਆਇਆ ਕਰੇ ਆਪਣੇ ਧਰਮ ਚਲਾ ਕੇ ਬਹਿ ਜਾ ਕਰੇ, ਉਹ ਆਖੇ ਮੇਰੇ ਵਰਗੇ ਬਣ ਜਾਓ, ਜਿਵੇਂ ਮੈਂ ਚਲਾਊਂ ਉੱਦਾਂ ਚੱਲਿਆ ਕਰੋ। ਮਤਲਬ ਰੱਬ ਦੀ ਗੱਲ ਤੇ ਰਹਿ ਗਈ ਨਾ। ਹੋਇਆ ਕੀ ਵੀ ਵਿਚੋਲਿਆਂ ਨੇ ਆਪਣਾ ਗਾਹ ਪਾਈ ਰੱਖਿਆ।
ਅਸਲੀ ਖਸਮ ਨਾਲ ਕਿਸੇ ਨੂੰ ਮਿਲਾਇਆ ਹੀ ਨਹੀਂ। ਆਖੋ ਸਤਨਾਮ। ਤਾਂ ਕਲਯੁਗ ਦੇ ਸਮੇਂ ਵਿੱਚ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਤਯੁਗ 'ਚ ਕਿਉਂ ਨਹੀਂ ਆਏ? ਦੁਆਪਰ 'ਚ ਕਿਉਂ ਨਹੀਂ ਆਏ? ਤ੍ਰੇਤੇ ਵਿੱਚ ਕਿਉਂ ਨਹੀਂ ਆਏ ਗੁਰੂ ਨਾਨਕ ਸਾਹਿਬ? ਹੁਣ ਕਿਉਂ ਆਏ? ਇਸ ਲਈ ਸਭ ਨੂੰ ਮੌਕਾ ਦੇ ਕੇ ਦੇਖਿਆ, ਸਭ ਨੂੰ ਸਤਿਕਾਰ ਦਿੱਤਾ। ਦੇਵੀ ਦੇਵਤੇ ਰਾਖਸ਼ ਕਿਹੜਾ ਭਗਤੀ ਨਹੀਂ ਕਰਦੇ? ਦੇਵਤਿਆਂ ਤੋਂ ਵੱਧ ਤਪੱਸਿਆ ਰਾਖਸ਼ ਲੋਕਾਂ ਦੀ ਹੁੰਦੀ ਹੈ। ਤੇ ਜਿੰਨ ਲੋਕ ਜਿਹੜੇ ਰਾਖਸ਼ਾਂ ਦੇ ਵਿੱਚ ਹੁੰਦੇ ਆ, ਭੂਤਾਂ ਦੀ ਕੋਈ ਤਪੱਸਿਆ ਨਹੀਂ ਹੁੰਦੀ ਤੇ ਜਿੰਨਾਂ ਦੀ ਬੰਦਗੀ ਜ਼ਿਆਦਾ ਹੁੰਦੀ, ਕਿਉਂਕਿ ਉਹ ਰਾਖਸ਼ਾਂ ਦੀ ਬਿਰਤੀ ਹੈ। ਤਪੱਸਿਆ ਕਿੰਨੀ ਹੈ? ਹਰਨਾਕਸ਼ ਨੂੰ ਲੋਕ ਹਰਨਾਕਸ਼ ਮੰਨਦੇ ਆ, ਰਾਖਸ਼ ਦੀ ਬਿਰਤੀ ਦਾ ਮੰਨਦੇ। ਉਹਦੀ ਭਗਤੀ ਕਿੰਨੀ ਸੀ? ਪੜੋ ਤੇ ਸਹੀ ਕਦੇ। ਰਾਵਣ ਨੂੰ ਲੋਕ ਰਾਖਸ਼ ਬਿਰਤੀ ਦਾ ਮੰਨਦੇ ਸੀ, ਉਹਦੀ ਇਬਾਦਤ ਬੰਦਗੀ ਕਿੰਨੀ ਸੀ? ਕਿਤੇ ਨਾ ਕਿਤੇ ਦੇਵਤਿਆਂ ਨੂੰ ਵੀ ਉਹਨਾਂ ਦੇ ਘਰਾਂ ਦੇ ਝਾੜੂ ਪੋਚੇ ਕਰਨੇ ਪੈਂਦੇ ਸੀ। ਆਖੋ ਸਤਨਾਮ। ਇਹ ਤੇ ਤੁਸੀਂ ਸੁਣਿਆ, ਗੁਰਬਾਣੀ 'ਚ ਵੀ ਲਿਖਿਆ ਹੈ ਵੀ ਰਾਵਣ ਦੇ ਘਰ ਦੇ ਵਿੱਚ ਚੰਦ ਸੂਰਜ ਦੋਏ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਕਹਿੰਦੇ ਇਹਨਾਂ ਦੇਵਤਿਆਂ ਦੇ ਅਧਿਆਕਸ਼ ਦੇਵਤੇ ਸਫਾਈਆਂ ਕਰਦੇ ਆ, ਰਸੋਈਆਂ ਸਾਫ਼ ਕਰਦੇ ਆ, ਕੱਪੜੇ ਧੋਂਦੇ ਆ, ਬਰਤਨ ਮਾਂਜਦੇ ਆ। ਕਿਉਂ? ਦੇਵਤੇ ਰਾਖਸ਼ਾਂ ਦਾ ਕੰਮ ਕਿਉਂ ਕਰਦੇ? ਕਿਉਂਕਿ ਰਾਖਸ਼ਾਂ ਦੀ ਬੰਦਗੀ ਜ਼ਿਆਦਾ ਏ, ਤਪੱਸਿਆ ਜ਼ਿਆਦਾ ਹੈ। ਬੜੇ ਲੋਕ ਅੱਜ ਸਾਡੇ 'ਚ ਹੁੰਦੇ ਰਾਖਸ਼ ਬਿਰਤੀ ਵਾਲੇ। ਮੇਰੀ ਗੱਲ ਕਰ ਲਓ, ਮੈਂ ਰਾਖਸ਼ ਹਾਂ। ਅਗਲਾ ਕਹਿੰਦਾ ਭਾਈ ਸਾਹਿਬ ਪਾਠ ਬੜਾ ਕਰਦੇ ਹੋ, ਨਾਮ ਬੜਾ ਜਪਦੇ ਹੋ, ਫਿਰ ਕੀ ਹੋਇਆ? ਇਹ ਤੇ ਰਾਖਸ਼ ਵੀ ਕਰਦੇ ਆ। ਗੱਲ ਉਦਣ ਬਣਨੀ ਹੈ ਜਿੱਦਣ ਮੇਰੇ ਜੀਵਨ ਨੂੰ ਵੇਖ ਕੇ ਕੋਈ ਆਖੇਗਾ ਮੈਂ ਤੇਰੇ ਵਰਗਾ ਬਣਨਾ ਚਾਹੁੰਦਾ। ਤੂੰ ਗੁਰੂ ਨਾਲ ਜੁੜਿਆ, ਮੈਂ ਵੀ ਜੁੜਨਾ ਚਾਹੁੰਦਾ। ਤੂੰ ਰੱਬ ਦੇ ਪਿਆਰ 'ਚ ਭਿੱਜਿਆ, ਮੈਂ ਵੀ ਭਿੱਜਣਾ ਚਾਹੁੰਦਾ। ਉਦਣ ਅਸੀਂ ਦੇਵਤੇ ਹੋਵਾਂਗੇ, ਵਰਨਾ ਅਸੀਂ ਅੱਜ ਵੀ ਰਾਖਸ਼ ਹਾਂ। ਕੌਡੇ ਮਾੜੇ ਮੋਟੇ ਨਹੀਂ, ਕੌਡੀਆਂ ਵਾਲੇ ਰਾਖਸ਼ ਹਾਂ ਸੀ। ਤੇ ਸੱਚੀ ਗੱਲ ਹੈ, ਗੁਰੂ ਘਰ ਬੈਠੇ ਹੋਈਏ, ਸਤਸੰਗ 'ਚ ਬੈਠੇ ਹੋਈਏ, ਸਾਨੂੰ ਲੱਗਦਾ ਸਾਡੇ ਵਰਗਾ ਦੇਵਤਾ ਕੋਈ ਨਹੀਂ। ਤੇ ਬਾਹਰ ਜਾ ਕੇ ਛੱਡਦੇ ਹਾਂ ਕਿਸੇ ਨੂੰ। ਇੱਥੋਂ ਬਾਹਰ ਨਿਕਲੀਏ, ਕਿਸੇ ਨੇ ਮੋਟਰਸਾਈਕਲ ਗੱਡੀ ਸਾਡੇ 'ਚ ਮਾਰੀ ਤੇ ਸਾਡੇ ਦੇਵਤਿਆਂ ਦੇ ਮੂੰਹ 'ਚੋਂ ਜਿਹੜੇ ਪਹਿਲਾਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਸੀ, ਫੇਰ ਕੀ ਨਿਕਲੂ? ਗਾਲ ਆਉਣੀ ਮੂੰਹ 'ਚੋਂ। ਕਿਉਂ? ਰਾਖਸ਼ਾਂ ਜੀ ਅੰਦਰ ਬਿਰਤੀ ਅਜੇ ਉਹ ਦੇਵਾਂ ਵਾਲੀ ਬਣੀ ਨਹੀਂ ਹੈ। ਤੇ ਬਿਰਤੀ ਦਾ ਜ਼ਿਕਰ ਹੈ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਤੁਰਦੇ, ਕਹਿੰਦੇ ਗੁਰੂ ਬਾਬਾ ਜੀ ਭਗਤੀ ਦਾ ਸਰੂਪ ਹਨ। ਇੱਕ ਨਦੀ ਵਾਸਤੇ ਨੇ। ਨਦੀ ਕਦੇ ਵੀ ਆਪਣਾ ਪਾਣੀ ਆਪ ਨਹੀਂ ਪੀਂਦੀ, ਆਪਣੇ ਲਈ ਕਦੇ ਪਾਣੀ ਵਰਤਦੀਆਂ ਨਹੀਂ। ਸੁਥਲ ਭਲੋ ਤੇ ਜੋ ਮਨ ਨੀਵਾ, ਜਾਹੇ ਕੀਰਤਨ ਨੀਰਸ ਦੀਵਾ। ਹੁਣ ਸਤਿਗੁਰਾਂ ਦਾ ਰੂਪ ਇੱਕ ਭਗਤੀ ਦਾ ਸਰੂਪ ਹੈ। ਨਦੀ ਦਾ ਗੁਣ ਹਮੇਸ਼ਾ ਨੀਵੀਆਂ ਥਾਵਾਂ ਨੂੰ ਚੱਲਦੀ। ਪਾਣੀ ਚੱਲੇ ਨਿਵਾਣ ਨੂੰ, ਨੀਵੀਂ ਥਾਂ ਨੂੰ ਜਾਂਦਾ ਹੈ। ਸਾਫ਼ ਥਾਂ 'ਤੇ ਜਾਂਦਾ, ਮੈਲੀ ਵੀ ਹੋਵੇ ਸਾਫ਼ ਕਰ ਦਿੰਦਾ ਏ। ਕਹਿੰਦੇ ਜਿਨ੍ਹਾਂ ਦੇ ਮਨ ਨੀਵੇਂ ਨੇ, ਜਿਹੜੇ ਗੁਰੂ ਦੀ ਕੀਰਤ ਕਰਦੇ ਆ, ਸਤਿਗੁਰ ਦੀ ਮਹਿਮਾ ਕਰਦੇ ਆ, ਗੁਰੂ ਨਾਨਕ ਸਾਹਿਬ ਭਗਤੀ ਦੀ ਨਦੀ ਉਸ ਹਿਰਦੇ ਵਿੱਚ ਜਾ ਖੜਦੀ। ਆਖੋ ਸਤਨਾਮ। ਪਾਣੀ ਦੀਆਂ ਨਦੀਆਂ ਹਮੇਸ਼ਾ ਨੀਵੇਂ ਪਾਸੇ ਨੂੰ ਚੱਲਦੀਆਂ, ਕਦੇ ਚੜ੍ਹਦੇ ਨੂੰ ਜਾਂਦੀਆਂ, ਹਮੇਸ਼ਾ ਲੈਂਦੇ। ਨੀਵੀਂ ਥਾਂ ਨੂੰ ਪਾਣੀ ਨੇ ਜਾਣਾ, ਕਿਉਂਕਿ ਇਹ ਕੁਦਰਤ ਦਾ ਵਿਧਾਨ ਹੈ। ਗੁਰੂ ਸਾਹਿਬ ਭਗਤੀ ਦੀ ਨਦੀ ਨੇ ਬੜਾ ਸੋਹਣਾ ਪ੍ਰਮਾਣ ਦੇ ਰਹੇ ਆ। ਕਹਿੰਦੇ ਨੀਵੀਆਂ ਥਾਵਾਂ ਨਿਮਰਤਾ ਵਾਲੇ ਹਿਰਦੇ, ਭਗਤੀ ਉੱਥੇ ਵਸੂ। ਹੰਕਾਰੀ ਬੰਦਾ ਭਗਤੀ ਕਰ ਸਕਦਾ, ਲੋਕਾਂ ਚਾਰੂ ਵਾਹਿਗੁਰੂ ਵਾਹਿਗੁਰੂ ਕਰੂ, ਪਾਠ ਵੀ ਕਰੂ, ਕਹਿੰਦਾ ਮੈਂ ਇੰਨੇ ਪਾਠ ਕਰ ਲਏ, ਮੇਰਾ ਇੰਨਾ ਸਿਮਰਨ, ਮੇਰਾ ਤੇ ਦਾਦਾ ਅੰਮ੍ਰਿਤਧਾਰੀ, ਮੇਰਾ ਤੇ ਪੋਤਾ ਅੰਮ੍ਰਿਤਧਾਰੀ। ਉਹਦਾ ਕੀ ਫਾਇਦਾ ਹੈ? ਜਿੱਦਣ ਤੇਰੇ ਜੀਵਨ ਵਿੱਚ ਨਿਮਰਤਾ ਆਊਗੀ, ਲੋਕ ਕਹਿਣਗੇ ਜੇ ਬਣਨਾ ਤੇ ਫਲਾਣਾ ਸਿੰਘ ਵਰਗਾ ਬਣ, ਕੋਈ ਉਹਦੇ ਵਰਗਾ ਬਣ। ਤੇ ਫਿਰ ਉਹ ਕੀ ਹੈ? ਤੇਰੀ ਸਿਫਤ ਨਹੀਂ ਹੈ, ਤੇਰੇ ਗੁਰੂ ਦੀ ਵਡਿਆਈ ਹੈ। ਅੱਜ ਤੇ ਲੋਕੀ ਸਾਨੂੰ ਕਹਿੰਦੇ ਉਹ ਨਾ ਭਰਾ ਫਲਾਣੇ ਵਰਗਾ ਨਾ ਕਰ ਜੀ, ਯਾਰ ਉਹ ਇਹੋ ਜਿਹਾ ਸੀ, ਆਹ ਕਰ ਗਿਆ। ਕਰਦੇ ਆ ਨਾ ਲੋਕੀ। ਕਿਉਂ? ਕਿਉਂਕਿ ਦੁਨੀਆ ਸਾਡੇ ਵਰਗੇ ਰਾਖਸ਼ ਲੋਕਾਂ ਨੂੰ ਵੇਖਦੀ ਹੈ। ਅਸੀਂ ਅੱਜ ਵੀ ਰਾਖਸ਼ ਬਿਰਤੀ ਦੇ ਹਾਂ। ਪਰ ਕਹਿੰਦੇ ਗੁਰੂ ਦੀ ਭਗਤੀ, ਸਤਿਗੁਰ ਦਾ ਸਰੂਪ ਭਗਤੀ ਵਾਲਾ ਹੈ। ਉਹ ਇੱਕ ਭਰੀ ਹੋਈ ਪਾਣੀ ਦੀ ਨਦੀ ਹੈ। ਪਾਣੀ ਕਾਹਦਾ? ਉਹਦੇ 'ਚ ਪ੍ਰੇਮ ਦਾ ਪਾਣੀ ਹੈ, ਪ੍ਰੇਮ ਦਾ। ਤੇ ਨਦੀ ਦੇ ਵਿੱਚ ਕੋਈ ਨਾਲਾ ਮਿਲ ਜੇ, ਨਾਲਾ ਨਾਲਾ ਰਹਿੰਦਾ ਜੀ। ਆ ਕਿੰਨੀਆਂ ਨਦੀਆਂ ਦਰਿਆਵਾਂ 'ਚ ਜਾ ਡਿੱਗਦੀਆਂ, ਦਰਿਆ ਸਮੁੰਦਰਾਂ 'ਚ ਜਾ ਡਿੱਗਦੇ ਆ। ਕਿੰਨਾ ਸੀਵਰ ਦਾ ਪਾਣੀ ਨਦੀਆਂ ਨਾਲਿਆਂ 'ਚ ਜਾਂਦਾ, ਦਰਿਆਵਾਂ 'ਚ ਜਾਂਦਾ ਹੈ। ਕਦੇ ਗੰਦਾ ਹੁੰਦਾ? ਉਹ ਸਭ ਸਾਫ਼ ਹੋ ਜਾਂਦਾ, ਇੱਕ ਹੋ ਜਾਂਦਾ। ਜਿੰਨੇ ਲੋਕ ਹਉਮੈ ਹੰਕਾਰ ਛੱਡ ਕੇ ਗੁਰੂ ਰੂਪ ਨਦੀ ਵਿੱਚ ਨਾਲੀਆਂ ਬਣ ਕੇ ਡਿੱਗਦੇ ਨੇ, ਪਰ ਨੀਵੇਂ ਹੁੰਦੇ ਨੇ, ਕਹਿੰਦੇ ਨਦੀ ਆਪਣਾ ਰੂਪ ਬਣਾਉਂਦੀ ਹੈ। ਨਾਮ ਸਿਫਤ ਸੁਠ ਉਠਤ ਤਰੰਗਾ, ਨਿਕਸਨ ਥਾਨ ਜਸ ਸਤ ਸੰਗਾ। ਹੁਣ ਨਦੀ ਨਿਕਲਦੀ ਕਿੱਥੋਂ ਹੈ? ਸਤਸੰਗ ਵਿੱਚੋਂ ਨਿਕਲਦੀ, ਗੁਜ਼ਰਦੀ ਹੈ। ਇਸ ਨਦੀ ਦੇ ਵਿੱਚ ਰੱਬ ਦੀ ਸਿਫਤ ਕਰਨ ਦੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ। ਕੋਈ ਵੀ ਨਦੀ ਦਰਿਆ ਦਾ ਪਾਣੀ ਲਹਿਰ ਬਿਨਾਂ ਨਹੀਂ ਚੱਲਦਾ। ਤੇ ਨਦੀ ਲੰਘਦੀ ਕਿੱਥੋਂ ਆ ਜੀ?
ਜਿੱਥੇ ਨੀਵੀਂ ਥਾਂ ਹੋਵੇ, ਸਵੱਛ ਥਾਂ ਹੋਵੇ, ਕੁਦਰਤੀ ਸਰੋਤ ਦਾ ਵਹਾਣ ਹੁੰਦਾ ਏ। ਕਹਿੰਦੇ ਇਹ ਭਗਤੀ ਦੀ ਨਦੀ ਲੰਘਦੀ ਆ ਸੰਗਤ ਵਿੱਚੋਂ, ਸਤ ਸੰਗ ਵਿੱਚੋਂ ਲੰਘਦੀ ਹੈ। ਤੇ ਇਹ ਸੰਗਤ ਵਿੱਚੋਂ ਕਿੰਨਿਆਂ ਨੂੰ ਤਾਰ ਕੇ ਲੈ ਜਾਂਦੀ ਆ। ਆਖੋ ਸਤਨਾਮ। ਕਹਿੰਦੇ ਆ ਨਾ ਵੀ ਸਤ ਸੰਗ ਕਰਿਆ ਤੋਂ ਤਰ ਜਾਈਦਾ। ਹਿਰਦਾ ਤਰਦਾ ਹੀ ਇਦਾਂ ਏ, ਜਿੱਦਣ ਨੀਵਾਂ ਹੋ ਜੇ ਫਿਰ ਉਜਲਾ ਪਾਣੀ ਗੁਰੂ ਦੇ ਨਾਮ ਦਾ, ਗੁਰੂ ਦੇ ਪ੍ਰੇਮ ਦਾ ਹਿਰਦੇ ਵਿੱਚੋਂ ਲੰਘਦਾ। ਤੇ ਕਹਿੰਦੇ ਫਿਰ ਉਹ ਸੰਗਤ ਵੀ ਇੱਕ ਦਿਨ ਗੁਰੂ ਬਣ ਜਾਂਦੀ ਹੈ, ਗੁਰੂ ਦਾ ਸਰੂਪ ਹੁੰਦੀ ਹੈ। ਭ੍ਰਮ ਅਗਿਆਨ ਅਧਿਕ ਦ੍ਰਿੜ ਕੂਲਾ, ਤਿਨਹਿ ਨਿਕੰਦਨ ਕੋ ਅਨਕੂਲਾ। ਨਦੀ ਹੋਵੇ, ਦਰਿਆ ਹੋਵੇ, ਨਹਿਰ ਹੋਵੇ, ਹਮੇਸ਼ਾ ਆਪਣੇ ਕੰਢਿਆਂ ਨੂੰ ਤੋੜਦੀ ਹੈ। ਆਪਣੇ ਕੰਢੇ ਤੋੜ ਦਿੰਦਾ ਦਰਿਆ। ਕਹਿੰਦੇ ਫਿਰ ਗੁਰੂ ਰੂਪ ਨਦੀ ਕਿਹੜੇ ਕੰਢੇ ਤੋੜਦੀ ਹੈ? ਕਹਿੰਦੇ ਵਹਿਮ, ਅਹੰ ਤੇ ਭਰਮ। ਗੁਰੂ ਕੀ ਸੰਗਤ, ਗੁਰੂ ਦੀ ਭਗਤੀ ਰੂਪ ਨਦੀ ਇਹ ਕੰਢਿਆਂ ਨੂੰ ਤੋੜਦੀ ਜਾਂਦੀ ਹੈ। ਸੰਗਤ ਕਰਨ ਵਾਲੇ ਵਿੱਚ ਹੰਕਾਰ ਨਹੀਂ ਰਹਿੰਦਾ, ਸੰਗਤ ਕਰਨ ਵਾਲੇ ਵਿੱਚ ਭਰਮ ਅਗਿਆਨ ਨਹੀਂ ਰਹਿੰਦਾ। ਉਹ ਅੰਧਲਾ ਥੋੜੀ ਹੁੰਦਾ। ਜਿਹਨੇ ਅਸਲ ਸੰਗਤ ਗੁਰੂ ਨਾਨਕ ਦੇ ਘਰ ਦੀ ਕਰ ਲਈ, ਉਹ ਕਿਸੇ ਪਖੰਡੀ ਨੂੰ ਮੱਥਾ ਟੇਕ ਲੂ, ਬੁੱਤ ਨੂੰ ਮੱਥਾ ਟੇਕੂਗਾ ਤੇ ਨਹੀਂ। ਉਹ ਕਹਿੰਦਾ ਮੈਂ ਮਰ ਜਾਣਾ, ਪਰ ਨਹੀਂ, ਮੈਂ ਸੁਣਿਆ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਮੇਰਾ ਸਤਿਗੁਰ ਕੋਈ ਨਹੀਂ। ਲੱਖ ਕੋਈ ਧਰਤੀ ਤੇ ਆ ਜੇ, ਕਿੱਡੀ ਵੱਡੀ ਕਮਾਈ, ਉਹਨੂੰ ਮੁਬਾਰਕ। ਯਾਰ ਸਾਨੂੰ ਕਿਸੇ ਦੀ ਕਮਾਈ ਦਾ ਕੀ ਹੈ? ਸਾਨੂੰ ਤੇ ਸਾਡੇ ਸਤਿਗੁਰ ਨੇ ਸਿਖਾਇਆ ਸ਼ਬਦ ਗੁਰੂ ਤੋਂ ਬਗੈਰ ਸਿੱਖਾ ਤੇਰਾ ਸਿਰ ਨਹੀਂ ਝੁਕਣਾ ਚਾਹੀਦਾ। ਬਸ ਮੈਂ ਤੈਨੂੰ ਨਹੀਂ ਜਾਣਦਾ ਕੌਣ ਵੱਡਾ ਕੌਣ ਛੋਟਾ, ਮੈਂ ਇਸ ਲੜਾਈ 'ਚ ਨਹੀਂ ਪੈਣਾ। ਕੌਣ ਚੰਗਾ ਕੌਣ ਮਾੜਾ, ਸੀ ਕੀ ਲੈਣਾ? ਸਾਡਾ ਸਤਿਗੁਰ ਕਹਿੰਦਾ ਸਿੱਖਾ ਤੇਰਾ ਗੁਰੂ ਪਰਮਾਤਮਾ ਹੈ, ਤੇਰਾ ਸਤਿਗੁਰੂ ਅਕਾਲ ਪੁਰਖ ਹੈ, ਉਹਦੇ ਬਿਨਾਂ ਤੇਰਾ ਕੋਈ ਸਹਾਰਾ ਨਹੀਂ। ਜਿਵੇਂ ਨਦੀ ਆਪਣੇ ਕੰਢਿਆਂ ਨੂੰ ਤੋੜਦੀ, ਕਹਿੰਦੇ ਸਤ ਸੰਗ ਦੀ ਇਹ ਨਦੀ, ਗੁਰੂ ਦੀ ਨਦੀ ਵਹਿਮ, ਭਰਮ, ਹੰਕਾਰ ਦੇ ਕੰਢਿਆਂ ਕਿਨਾਰਿਆਂ ਨੂੰ ਤੋੜ ਦਿੰਦੀ ਹੈ। ਹਰੇ ਬਿਟਪ ਕਲ ਮਲ ਕਲ ਕਾਲਾ, ਮੂਲ ਉਖਾਰੇ ਬੇਗ ਬਿਸਾਲਾ। ਪਰ ਹਰ ਨਦੀ ਦਰਿਆ ਦੇ ਕੰਢੇ ਰੁੱਖ ਹੁੰਦੇ ਆ, ਪਰ ਨਦੀ ਦਾ ਸੁਭਾਅ ਹੈ ਜਿੱਦਣ ਉਹ ਛੱਲਾ ਮਾਰਦੀ ਉਹ ਕਿਸੇ ਦਰਖਤ ਨੂੰ ਨਹੀਂ ਬਖਸ਼ਦੀ, ਭਾਵੇਂ ਉਹ ਪਿੱਪਲ ਤੇ ਬੋੜ ਕਿਉਂ ਨਾ ਹੋਵੇ। ਨਦੀ ਕਿਨਾਰੇ ਰੁੱਖੜਾ ਕਿਚਰਕ ਬੰਨੈ ਧੀਰ, ਬਾਣੀ ਲਿਖਦੀ ਹੈ ਨਾ। ਕਹਿੰਦੇ ਨਦੀ ਦੇ ਕਿਨਾਰੇ ਰੁੱਖ ਲੱਗਾ ਹੋਇਆ, ਉਹ ਵਿਚਾਰੇ ਦਾ ਕਾਹਦਾ ਧੀਰਜ ਹੈ? ਅੱਜ ਉਹ ਹਰਾ ਭਰਾ, ਕੱਲ ਹੋ ਸਕਦਾ ਜੜਾਂ ਦੇ ਸਮੇਤ ਹੀ ਰੋੜ ਕੇ ਲੈ ਜਾਏ। ਕਿੱਡੇ ਕਿੱਡੇ ਦਰਖਤ ਪਹਾੜਾਂ ਦੇ ਵਿੱਚੋਂ, ਨਦੀਆਂ ਨਾਲਿਆਂ ਦਰਿਆਵਾਂ ਵਿੱਚ ਰੁੜ ਕੇ ਆਉਂਦੇ ਆ। ਕਹਿੰਦੇ ਕਲਯੁਗ ਦੇ ਸਮੇਂ ਦਾ ਬੋੜ ਤੇ ਛੋਟੇ ਵੱਡੇ ਜਿੰਨੇ ਪਾਪਾਂ ਦੇ ਰੁੱਖ ਨੇ ਨਾ, ਗੁਰੂ ਨਾਨਕ ਸਾਹਿਬ ਨਦੀ ਭਗਤੀ ਦਾ ਰੂਪ ਹੋ ਕੇ ਜਦੋਂ ਪ੍ਰੇਮ ਦੀਆਂ ਛੱਲਾਂ ਮਾਰ ਕੇ ਸਤ ਸੰਗ ਦੇ ਨੀਵੇਂ ਰਾਹ 'ਚੋਂ ਲੰਘਦੀ ਹੋਈ, ਇਹਨਾਂ ਮਨਾਂ ਵਿੱਚੋਂ ਤਰੰਗਾਂ ਸਿਫਤ ਦੀਆਂ ਲੰਘਦੀਆਂ ਨੇ। ਕਹਿੰਦੇ ਪਾਪ ਦੇ ਰੁੱਖ ਦਰਖਤ ਤੇ ਜੜਾਂ ਨੂੰ ਉਖਾੜ ਕੇ ਲੈ ਜਾਂਦੀ। ਆਖੋ ਸਤਨਾਮ। ਸੰਗਤ ਵਿੱਚ ਬੈਠਿਆਂ ਤੋਂ ਐਬ ਕੱਟੇ ਜਾਂਦੇ ਆ, ਔਗਣ ਖਤਮ ਹੋ ਜਾਂਦੇ ਆ, ਵੱਡੇ ਵੱਡੇ ਪਾਪੀ ਤਰ ਜਾਂਦੇ ਨੇ। ਇੱਥੇ ਬੜੇ ਪਿਆਰ ਵਿੱਚ ਉਹਨਾਂ ਲਿਖਿਆ, ਕਹਿੰਦੇ ਸਤਿਗੁਰਾਂ ਦੀ ਇਹ ਨਦੀ ਹੈ ਨਾ ਜਿਹੜੀ ਪ੍ਰੇਮ ਦੀ ਤੇ ਭਗਤੀ ਦੀ, ਇਹਨੇ ਵੱਡੇ ਵੱਡੇ ਪਾਪ ਦੇ ਬ੍ਰਿਸ਼ਾਂ ਤੇ ਰੁੱਖਾਂ ਨੂੰ ਜੜਾਂ ਤੋਂ ਉਖਾੜ ਦਿੱਤਾ ਏ। ਸਤਿਗੁਰ ਸਿੱਖ ਜਲ ਜੰਤ ਅਪਾਰਾ, ਵਿਛਰੇ ਨਹੀਂ ਲੀਨ ਸੁਖ ਪਾਰਾ। ਹੁਣ ਸਤਿਗੁਰਾਂ ਦੇ ਸਿੱਖ ਨੇ ਜਿਹੜੇ, ਉਹ ਇਸ ਨਦੀ ਦੇ ਜਲ ਜੰਤੂ ਨੇ। ਇੱਕ ਪ੍ਰਮਾਣ ਦਿੱਤਾ ਉਹਨਾਂ ਨੇ, ਕਹਿੰਦੇ ਨਦੀ ਕਿਹਦੇ ਨਾਲ ਸੋਭਦੀ ਆ? ਮੱਛ, ਛੋਟੀ ਛੋਟੀਆਂ ਮੱਛੀਆਂ, ਸੱਪ, ਕਿੰਨੇ ਪਾਣੀ ਦੇ ਕੇਕੜੇ, ਕਿੰਨੇ ਪਾਣੀ ਦੇ ਜੀਵ ਨੇ। ਪਰ ਨਦੀ ਕਦੇ ਆਪਣਿਆਂ ਜੀਵਾਂ ਨੂੰ ਛੱਡ ਕੇ ਨਹੀਂ ਜਾਂਦੀ। ਕੋਈ ਜੀਵ ਹੋਵੇ ਉਹਨੂੰ ਵੀ ਛੱਲ ਮਾਰ ਕੇ ਲੈ ਜਾਂਦੀ ਹੈ। ਤੇ ਗੁਰੂ ਸਮੁੰਦ ਸਿੱਖੀ ਬੋਸਾਖੀ। ਹੁਣ ਗੁਰੂ ਸਮੁੰਦਰ ਦੇ ਵਿੱਚ ਜਦੋਂ ਜਾ ਕੇ ਨਦੀ ਨੇ ਡਿੱਗਣਾ, ਜਿੰਨੇ ਜੀਵ ਜੰਤੂ ਸਿੱਖ ਨੇ ਸਭ ਨੂੰ ਨਾਲ ਲੈ ਜਾਣਾ। ਉਹ ਸੱਚਖੰਡ ਸਮੁੰਦਰ ਹੈ। ਇਸ ਵਿਸ਼ਾਲ ਨਦੀ ਨੇ ਸਭ ਨੂੰ ਲੈ ਜਾਣਾ। ਨਦੀ ਦਾ ਇੱਕ ਗੁਣ ਹੁੰਦਾ ਹੈ, ਕੋਈ ਨਦੀ ਭਰ ਕੇ ਆਵੇ, ਦਰਿਆ ਦੇ ਪਾਣੀ ਨਾਲ ਆਵੇ, ਜਿੰਨਾ ਉਹਦੇ ਵਿੱਚ ਕਚਰਾ ਕਵਾੜ ਆਵੇ ਸਭ ਨੂੰ ਰੋੜ ਕੇ ਹੜਾ ਕੇ ਲੈ ਜਾਂਦੀ ਹੈ। ਕਹਿੰਦੇ ਗੁਰੂ ਪਿਆਰੇ ਨੇ ਆਪਣੇ ਸਿੱਖਾਂ ਨੂੰ ਆਪਣਾ ਰੂਪ ਬਣਾਇਆ, ਤੇ ਸਿੱਖ ਰੂਪ ਹੋ ਕੇ ਮੱਛੀਆਂ ਬਣ ਕੇ ਇਸ ਪਾਣੀ ਨਦੀ 'ਚ ਆਨੰਦ ਲੈ ਰਹੀਆਂ ਨੇ। ਕਿਉਂਕਿ ਜਿੰਨੀਆਂ ਮੱਛੀਆਂ ਨੇ ਉਹ ਨਦੀਆਂ 'ਚ ਰਹਿੰਦੀਆਂ ਨੇ, ਦਰਿਆਵਾਂ 'ਚ ਰਹਿੰਦੀਆਂ, ਸਮੁੰਦਰਾਂ ਤਲਾਵਾਂ 'ਚ ਰਹਿੰਦੀਆਂ ਨੇ। ਚੱਲਦੇ ਪਾਣੀ ਦੇ ਜੀਵ ਕਿੰਨੇ ਖੁਸ਼ ਨੇ, ਖੜੇ ਪਾਣੀ ਵਾਲੇ ਇੰਨੇ ਖੁਸ਼ ਨਹੀਂ ਨੇ। ਕਹਿੰਦੇ ਗੁਰੂ ਦੇ ਅੰਦਰ ਨਿਮਰਤਾ ਦਾ ਪਾਣੀ ਚੱਲਦਾ ਤੇ ਸਿੱਖਾਂ ਵਿੱਚ ਵੀ ਚੱਲਦਾ ਹੈ। ਤੇ ਉਹ ਸਿੱਖ ਇਸ ਭਗਤੀ ਦੀ ਨਦੀ ਦੇ ਵਿੱਚ, ਸਤ ਸੰਗ ਦੇ ਵਿੱਚ ਬੈਠ ਬੈਠ ਕੇ ਪ੍ਰੇਮ ਦੀਆਂ ਤਾਰੀਆਂ ਲਾਉਂਦੇ ਨੇ। ਦੋਹਰਾ ਪ੍ਰੇਮ ਬੇਗ ਪਰਵਾਹਿਤ ਮਾਇਆ ਕਾਈ ਹੀਨ,
ਚਰਨ ਕਮਲ ਕੋ ਧਿਆਨ ਜੋ ਸੀਤਲਤਾ ਸੁਖ ਲੀਨ। ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ, ਖੜੇ ਪਾਣੀ ਵਿੱਚ ਖੂਹ ਦਾ ਪਾਣੀ ਖੜਿਆ ਹੋਵੇ, ਸਰੋਵਰ ਦਾ ਹੋਵੇ, ਤਲਾਬ ਦਾ ਹੋਵੇ, ਕਾਈ ਜੰਮ ਜਾਂਦੀ ਹੈ। ਹਰਿਆਵਲ, ਚਿਕਨਾਹਟ। ਕਦੇ ਚੱਲਦੀਆਂ ਨਦੀਆਂ ਦੇ ਵਿੱਚ, ਦਰਿਆਵਾਂ 'ਚ ਕਾਈ ਜੰਮਦੀ ਹੈ? ਨਹੀਂ। ਕਹਿੰਦੇ ਲੱਗੀ ਹੋਈ ਕਾਈ ਨੂੰ ਹਟਾ ਦਿੰਦੀ ਕਾਈ ਕਿਹੜੀ ਹੈ? ਹਰਿਆਵਲ ਕਿਹੜੀ ਹੈ? ਕਹਿੰਦੇ ਪਾਪ ਤੇ ਮਾਇਆ ਮਨਾਂ ਨੂੰ ਲੱਗੀ ਕਾਈ ਹੈ। ਲੱਖ ਧਰਮੀ ਬਣ ਜਾਓ ਦੁਨਿਆਵੀ ਤੌਰ ਤੇ, ਅੰਦਰੋਂ ਪਾਪ ਨਹੀਂ ਜਾਂਦਾ। ਜਿੱਦਣ ਗੁਰੂ ਦੇ ਪ੍ਰੇਮ ਦੀ ਛੱਲ ਵੱਜ ਗਈ ਨਾ, ਫਿਰ ਮਨ ਕਹਿੰਦਾ ਰਹਿਣ ਦੇ ਮਨਾ, ਪਹਿਲੇ ਪਤਾ ਨਹੀਂ ਕਿੰਨੇ ਕੁ ਪਾਪ ਕੀਤੇ, ਇਸ ਜਨਮ 'ਚ ਦੁੱਖ ਭੋਗਦਾ ਫਿਰਦਾ, ਹੋਰ ਨਾ ਕਰ, ਅੱਗੋਂ ਸੰਭਲ ਕੇ ਚੱਲ। ਲੇਖਾ ਦੇਣ ਵਾਸਤੇ ਤੈਨੂੰ ਫੇਰ ਆਉਣਾ ਪੈਣਾ ਹੈ, ਪਤਾ ਨਹੀਂ ਕਿਹੜੇ ਰੂਪ ਵਿੱਚ, ਕਿਹੜੀ ਥਾਂ ਤੇ। ਜ਼ਰੂਰੀ ਥੋੜਾ ਵੀ ਅਗਲੀ ਵਾਰ ਜੰਮਣਾ ਤੇ ਬੰਦੇ ਹੋ ਕੇ ਜੰਮਣਾ ਤੇ ਪੰਜਾਬ 'ਚ ਹੀ ਜੰਮਣਾ, ਕੀ ਪਤਾ ਕਿਹੜੀ ਥਾਂ ਤੇ ਸੜਦੇ ਲਿਜਾ ਕੇ ਚਾਈਨਾ ਚੂਨਾ 'ਚ। ਹੋ ਸਕਦਾ ਹੈ ਜਾਨਵਰ ਬਣਾ ਕੇ ਸੁੱਟੇ, ਪਸ਼ੂ ਬਣਾ ਕੇ ਸੁੱਟਦੇ, ਉਹਦੀ ਰਜਾ ਨਾ। ਇਹ ਥੋੜਾ ਲਿਖਿਆ ਵੀ ਭਾਰਤ ਦੇ ਲੋਕ ਭਾਰਤ 'ਚ ਹੀ ਜੰਮਣਗੇ। ਕਿਹੋ ਜਿਹੇ ਲੋਕਾਂ ਦੇ ਘਰੇ ਆ ਜਾਈਏ ਨਾਸਤਕਾਂ ਦੇ, ਹੋ ਸਕਦਾ ਹੈ ਕਿਸੇ ਰੂਪ 'ਚ ਆ ਜਾਈਏ, ਭੂਤ ਪ੍ਰੇਤ ਬਣ ਕੇ ਫਿਰੀਏ। ਨਾ ਕੋਈ ਦੇਸ਼ ਹੈ, ਨਾ ਕੋਈ ਸੀਮਾ ਹੈ, ਨਾ ਕੋਈ ਥਾਂ ਹੈ, ਨਾ ਕੋਈ ਟਿਕਾਣਾ ਹੈ। ਪਰ ਭਗਤੀ ਵਾਲੇ ਜੀਵਨ ਮੁਕਤ ਹੋ ਜਾਂਦੇ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਕਹਿੰਦੇ ਜਦੋਂ ਮਾਇਆ ਦੀ ਕਾਈ ਜਿਹੜੀ ਮਨ ਨੂੰ ਲੱਗੀ ਨਾ, ਕਾਲਖ, ਕਾਈ ਕਾਲਖ ਬਣ ਜਾਂਦੀ। ਹੌਲੀ ਹੌਲੀ ਪਾਣੀ ਖੜਾ ਰਵੇ ਨਾ, ਪਹਿਲਾਂ ਹਰਾ ਜਾ ਹੋ ਜਾਂਦਾ ਹੈ ਸਾਈਡਾਂ ਤੋਂ, ਫਿਰ ਉਹ ਗੰਦਲਾ ਪਾਣੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਖੂਹਾਂ ਦੀਆਂ ਤੁਸੀਂ ਕਦੇ ਜਾ ਕੇ ਨਾ ਥਾਵਾਂ ਵੇਖਿਓ ਕਿਨਾਰੇ, ਪਾਣੀ ਖੜਨ ਕਰਕੇ ਉੱਥੋਂ ਤੁਹਾਨੂੰ ਕਾਲਾ ਲੱਗੂ, ਕਿਉਂਕਿ ਕਾਈ ਕਾਲੀ ਹੋ ਚੁੱਕੀ ਹੈ, ਗਲ ਚੁੱਕੀ ਹੈ, ਚਿਕਨਾਹਟ ਬਣ ਗਈ ਹੈ। ਕਹਿੰਦੇ ਐਸੀ ਕਾਈ ਦੀ ਚਿਕਨਾਹਟ ਜਦੋਂ ਪ੍ਰੇਮ ਦੀਆਂ ਛੱਲਾਂ ਇਸ ਨਦੀ ਦਰਿਆ ਵਿੱਚ ਵੱਜਦੀਆਂ ਨੇ, ਸਿੱਖ ਦਾ ਮਨ ਪਵਿੱਤਰ ਕਰ ਦਿੰਦੀਆਂ ਨੇ। ਚੋਪਈ ਸਹਿਜ ਸਰੂਪ ਸਿੰਧ ਸਮਹਾਈ, ਮਿਲੀ ਜਾਏ ਸਥਿਰਤਾ ਪਾਈ। ਜਦੋਂ ਇਹ ਨਦੀ ਭਗਤੀ ਦੀ ਕਹਿੰਦੇ ਸਮੁੰਦਰ ਵਿੱਚ ਜਾ ਸਮਾਉਂਦੀ ਹੈ, ਪਾਪ ਬ੍ਰਹਮ ਸਰੂਪ ਗੁਰੂ ਕਾ ਸਿੱਖ ਹੋ ਜਾਂਦਾ ਹੈ। ਕਹਿੰਦੇ ਫਿਰ ਨਦੀ ਦਾ ਰੂਪ ਨਹੀਂ ਰਹਿੰਦਾ। ਗੁਰੂ ਦਾ ਰੂਪ ਕੀ ਹੈ? ਪਰਮੇਸ਼ਰ। ਨਦੀ ਤੋਂ ਦਰਿਆ, ਦਰਿਆ ਤੋਂ ਸਮੁੰਦਰ ਬਣ ਗਿਆ ਨਾ, ਸਮੁੰਦਰ ਵਿਸ਼ਾਲ ਹੈ। ਨਦੀ ਜਿਹੜੀ ਮਰਜ਼ੀ ਸਮੁੰਦਰ 'ਚ ਜਾ ਕੇ ਡਿੱਗੀ, ਉਹਦਾ ਮਾਣ ਥੋੜੀ ਹੈ ਵੀ ਇਹ ਪਾਣੀ ਗੰਗਾ ਦਾ, ਇਹ ਜਮਨਾ ਦਾ, ਗੋਦਾਵਰੀ ਦਾ, ਸਰਸਵਤੀ ਦਾ, ਫਲਾਣੀ ਦਾ। ਨਹੀਂ, ਕਹਿੰਦੇ ਸਮੁੰਦਰ ਦਾ ਪਾਣੀ ਹੈ, ਇਹ ਸਿਰਫ ਪਾਣੀ ਹੈ। ਇੱਕ ਦਿਨ ਸਿੱਖ ਗੁਰੂ ਦਾ ਰੂਪ ਹੋ ਕੇ ਪਰਮਾਤਮਾ ਦਾ ਰੂਪ ਹੋ ਜਾਂਦਾ, ਫਿਰ ਸਿੱਖ ਸਿੱਖ ਨਹੀਂ, ਫਿਰ ਉਹ ਕੁਦਰਤ ਦੀ ਕਾਇਨਾਤ ਬਣ ਜਾਂਦਾ ਹੈ, ਬ੍ਰਹਮ ਦਾ ਸਰੂਪ ਬਣ ਜਾਂਦਾ ਹੈ। ਕਹਿੰਦੇ ਫਿਰ ਗੁਰੂ ਰੂਪ ਨਦੀ ਸਮੁੰਦਰ ਵਿੱਚ ਜਾ ਡਿੱਗਦੀ, ਉਹ ਸੱਚਖੰਡ ਦਾ ਸਰੂਪ ਹੈ। ਉੱਥੇ ਜਾ ਕੇ ਸਿੱਖ ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਦੀ ਭਗਤੀ ਜੀਵਨ ਨੂੰ ਉੱਚਾ ਚੁੱਕਦੀ ਹੈ। ਜਨਮ ਮਰਨ ਕੇ ਬੋਹਰ ਨਾ ਫੇਰ, ਹਵੇ ਅਡੋਲ ਸੁਖ ਭਇਓ ਕਨੇਰਾ। ਜੀਵਨ ਅਡੋਲ ਹੋ ਜਾਂਦਾ ਹੈ, ਜੰਮਣ ਮਰਨ ਦਾ ਦੁੱਖ ਖਤਮ ਹੋ ਜਾਂਦਾ ਹੈ। ਗੁਰੂ ਆਪਣੇ ਸਿੱਖ ਨੂੰ ਮੁਕਤ ਕਰ ਦਿੰਦੇ ਆ। ਭਾਈ ਸੰਤੋਖ ਸਿੰਘ ਬੜੇ ਪ੍ਰੇਮ ਵਿੱਚ ਲਿਖ ਰਹੇ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ, ਤੇ ਉਦੋਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਭਾਈ ਬਾਲਾ ਜੀ ਸੁਣਾ ਰਹੇ ਆ। ਕਹਿੰਦੇ ਅੱਜ ਮੇਰੇ ਉਹ ਸਤਿਗੁਰੂ ਨਦੀ ਬਣ ਕੇ ਚੱਲੇ ਨੇ ਦੁਨੀਆ ਨੂੰ ਤਾਰਨ ਵਾਸਤੇ। ਕਾਲ ਕਾਮ ਕੋ ਡਰਨ ਜਿਹਵਾ, ਸਰਿਤਾ ਸੰਗ ਪਹੁੰਚੇਗੇ ਤ੍ਰਿਹਵਾ। ਜਿਵੇਂ ਹੁਣ ਸੰਸਾਰੀ ਲੋਕ ਕਈ ਵਾਰ ਜੰਗਲਾਂ 'ਚ ਭਟਕ ਜਾਂਦੇ ਆ, ਅੱਜ ਵੀ ਭਾਵੇਂ ਉਹ ਐਮਾਜ਼ੋਨ ਦੇ ਜੰਗਲ ਨੇ, ਪਨਾਮਾ ਦੇ ਜੰਗਲ ਨੇ, ਪਰ ਜਦੋਂ ਕੋਈ ਮਨੁੱਖ ਭਟਕਿਆ ਨਦੀ ਦੇ ਕਿਨਾਰੇ ਆ ਜੇ, ਉਹਨੂੰ ਇਹ ਲੱਗਦਾ ਹੈ ਸ਼ਾਇਦ ਜ਼ਿੰਦਗੀ ਬਚ ਜਾਏਗੀ। ਨਦੀ ਚੱਲਦੀ ਕਿਤੇ ਨਾ ਕਿਤੇ ਕੋਈ ਬਸਤੀ ਹੋਏਗੀ, ਕੋਈ ਵਸਦਾ ਹੋਏਗਾ, ਕੋਈ ਮਨੁੱਖ ਮਿਲੇਗਾ, ਬੰਦਾ ਮਿਲ ਜਾਏਗਾ। ਕਹਿੰਦੇ ਜਦੋਂ ਮਨੁੱਖ ਜੀਵਨ ਦੇ ਜੰਗਲਾਂ ਵਿੱਚ ਜੰਮਣ ਮਰਨ ਵਿੱਚ ਭਟਕਦਾ ਨਾ, ਗੁਰੂ ਸਰੂਪ ਨਦੀ ਦੇ ਕਿਨਾਰੇ ਆ ਜਾਂਦਾ ਹੈ, ਉਹਨੂੰ ਇੱਕ ਆਸਰਾ ਮਿਲ ਜਾਂਦਾ ਹੈ, ਇਹ ਨਦੀ ਮੈਨੂੰ ਰੱਬ ਪਰਮਾਤਮਾ ਨਾਲ ਮਿਲਾ ਕੇ ਤਾਰ ਦੇਗੀ। ਆਖੋ ਸਤਨਾਮ। ਕਹਿੰਦੇ ਦੁਨੀਆ ਦੇ ਪਾਪ ਕੱਟੇ ਜਾਂਦੇ ਆ। ਪਾਪ ਕਿਹੜੇ ਆ? ਜੰਗਲ ਵਿੱਚ ਘੁੰਮਣਾ ਕੋਈ ਸੁੱਖ ਥੋੜੀ ਹੈ, ਦੁੱਖ ਹੀ ਹੈ ਨਾ। ਆ ਫਿਰ ਜੰਮਣ ਮਰਨ ਦੇ ਜੰਗਲ ਵਿੱਚ ਭਟਕਣਾ, ਆ ਮੇਰਾ, ਆ ਤੇਰਾ, ਉਹ ਸਾਡਾ, ਉਹ ਤੁਹਾਡਾ, ਕਿੱਡਾ ਵੱਡਾ ਦੁੱਖ ਦਾ ਘਰ। ਮੈਂ ਕਿਹਾ ਜਿਹੜੀ ਚੀਜ਼ ਮੇਰੀ ਹੋਣੀ ਚਾਹੀਦੀ, ਗਵਾਂਢੀ ਕਹਿੰਦਾ ਮੇਰੀ ਹੋ ਗਈ, ਮੈਂ ਖਰੀਦ ਲਈ। ਦੁੱਖ ਨਹੀਂ ਹੈ। ਜੋ ਅਸੀਂ ਨਹੀਂ ਵੇਚਣਾ ਚਾਹੁੰਦੇ ਸੀ, ਕੋਈ ਕਬਜ਼ਾ ਕਰ ਗਿਆ, ਦੁੱਖ ਨਹੀਂ ਹੈ। ਇਹ ਜੰਗਲਾਂ ਦੇ ਦੁੱਖ ਨੇ। ਪਰ ਕਹਿੰਦੇ ਜਿਸ ਸਿੱਖ ਨੂੰ ਭਗਤੀ ਦੀ ਨਦੀ ਗੁਰੂ ਨਾਨਕ ਸਾਹਿਬ ਸਰੂਪ ਸਤਿਗੁਰ ਮਿਲ ਗਏ ਨਾ, ਉਹਨੇ ਜੱਗ ਦੀ ਪਰਵਾਹ ਛੱਡਤੀ। ਕਹਿੰਦਾ ਹੁਣ ਜੀਵਨ ਦਾ ਉਧਾਰ ਹੋਏਗਾ, ਇੱਕ ਕਿਨਾਰੇ ਲੱਗਾਂਗੇ। ਜਿਨ ਐਸੀ ਸ੍ਰਿਤ ਬਰ ਤਿਆਗੀ, ਮ੍ਰਿਗ ਤ੍ਰਿਸ਼ਨਾ
ਜਗ ਭਰ ਮੈਂ ਅਭਾਗੀ। ਇਸ ਪ੍ਰਸੰਗ ਦੀ ਸਮਾਪਤੀ ਕਰਦੇ ਫਰਮਾਉਂਦੇ ਨੇ, ਕਹਿੰਦੇ ਜਿਸ ਬੰਦੇ ਨੇ ਇਸ ਭਗਤੀ ਦੀ ਨਦੀ ਨੂੰ ਛੱਡਿਆ ਨਾ, ਵੀ ਮੈਂ ਇੱਥੇ ਪਾਣੀ ਨਹੀਂ ਪੀਣਾ, ਮੈਂ ਇਹਦੇ ਕਿਨਾਰੇ ਨਹੀਂ ਫਿਰਨਾ, ਕਹਿੰਦੇ ਫਿਰ ਕੀ ਹੋਇਆ? ਰੱਬ ਦਾ ਕੀ ਗਿਆ, ਨਦੀ ਦਾ ਕੀ ਗਿਆ? ਉਹ ਤੇ ਵਹਿ ਰਹੀ ਆ ਆਪਣੀ ਰਵਾਨੀ ਦੇ ਵਿੱਚ। ਪਰ ਭਟਕਣ ਵਾਲਾ ਇੱਧਰ ਉੱਧਰ ਫਿਰਦਾ ਮ੍ਰਿਗ ਤ੍ਰਿਸ਼ਨਾ ਵਾਂਗੂ, ਫਿਰ ਪਾਣੀ ਦੇ ਫੁਹਾਰੇ ਤੇ ਝਰਨੇ ਲੱਭਦਾ ਫਿਰਦਾ। ਪਾਣੀ ਵੀ ਮਿਲ ਗਿਆ, ਪਰ ਜੰਗਲ ਵਿੱਚ ਭਟਕਦਾ ਫਿਰਦਾ, ਕਿਤੇ ਕਿਨਾਰਾ ਨਹੀਂ ਮਿਲਦਾ, ਟਿਕਾਣਾ ਨਹੀਂ ਮਿਲਦਾ। ਕਹਿੰਦੀ ਉੱਥੇ ਖੱਪ ਖੁੱਪ ਜਾਂਦਾ ਜੀਵਾਂ ਜੰਤੂਆਂ 'ਚ। ਕਿਤੇ ਕੋਈ ਜਾਨਵਰ ਸ਼ਿਕਾਰ ਬਣਾ ਲੈਂਦਾ, ਕੋਈ ਜੀਵ ਡੰਗ ਲੈਂਦਾ ਏ। ਜਦੋਂ ਮਨੁੱਖ ਗੁਰੂ ਤੋਂ ਟੁੱਟ ਜਾਵੇ, ਗੁਰੂ ਤੋਂ ਦੂਰ ਹੋ ਜੇ, ਫਿਰ ਕਹਿੰਦੇ ਇੱਥੇ ਕਾਮ ਦੇ ਸੱਪ, ਕ੍ਰੋਧ ਦੇ ਬਿੱਛੂ ਸਾਰਾ ਵੇਲੇ ਸਤਾਉਂਦੇ ਰਹਿੰਦੇ ਆ, ਘੜੀਸੀ ਫਿਰਦੇ ਆ। ਕਿਤੇ ਮਾਇਆ ਦੀ ਦਲਦਲ ਹੈ ਜੰਗਲ ਦੀ, ਬੰਦਾ ਨਿਕਲ ਨਹੀਂ ਸਕਦਾ। ਪਰ ਜਿਨ੍ਹਾਂ ਨੂੰ ਗੁਰੂ ਪਿਆਰਾ ਮਿਲ ਗਿਆ, ਕਹਿੰਦੀ ਉਹਨਾਂ ਦੇ ਜੀਵਨ ਵਿੱਚ ਇੱਕ ਜਿਉਣ ਦੀ ਜਾਚ ਆ ਗਈ, ਜੱਗ ਵਿੱਚ ਬੇਪਰਵਾਹ ਹੋ ਗਏ। ਸ੍ਰੀ ਨਾਨਕ ਸ੍ਰਿਤਾ ਬਿਸਤਾਰੇ, ਜਹਾਂ ਤਹਾਂ ਪਸਰੇ ਬਹਿਬਾਰੇ। ਹੁਣ ਸਤਿਗੁਰਾਂ ਨੇ ਇਹ ਨਦੀ ਨੂੰ ਇੱਕ ਸਮੁੰਦਰ ਬਣਾਇਆ। ਸਮੁੰਦਰ ਬਣੇ ਕਿਵੇਂ? ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਸਮੁੰਦਰ ਸਰੂਪ ਨੇ। ਨਦੀ ਤੋਂ ਨਦੀ ਜੁੜਦੀ ਰਹੀ, ਨਦੀ ਤੋਂ ਨਦੀ ਜੁੜਦੀ ਰਹੀ, 10 ਸਰੂਪਾਂ ਵਿੱਚ ਇਕੱਠੇ ਹੋ ਕੇ ਇੱਕ ਬਾਣੀ ਦਾ ਸੋਮਾ, ਇੱਕ ਸਾਗਰ ਮਹਾਰਾਜ ਨੇ ਸਾਨੂੰ ਦੇਤਾ ਸਿੱਖਾ, ਪੜੀ ਚੱਲ ਚੁੱਭੀਆਂ ਲਈ ਚੱਲ, ਲਈ ਚੱਲ ਆਨੰਦ। ਇਹ ਬੜੇ ਪਿਆਰ ਵਿੱਚ ਜਦੋਂ ਇੱਥੇ ਬਚਨ ਆਖੇ ਨਾ, ਗੁਰੂ ਅੰਗਦ ਦੇਵ ਮਹਾਰਾਜ ਚੌਂਕੜਾ ਲਾ ਕੇ ਆਨੰਦ ਲੈ ਰਹੇ ਸੀ, ਕਿਉਂਕਿ ਇਹ ਅਸਲ ਸਰੂਪ ਗੁਰੂ ਨਾਨਕ ਸਾਹਿਬ ਦਾ ਉਹਨਾਂ ਪ੍ਰਗਟ ਕੀਤਾ ਏ। ਵੱਡੇ ਭਾਗ ਤੇ ਪ੍ਰਾਪਤ ਹੋਈ, ਕਬ ਸੰਤੋਖ ਸਿੰਘ ਸਿਮਰੇ ਸੋਈ। ਕਹਿੰਦੇ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਕਵੀ ਸੰਤੋਖ ਸਿੰਘ ਕਹਿੰਦੇ ਮੇਰੀ ਬਾਰੰਬਾਰ 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 ਬੰਦਨਾ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਉਹ ਜਿਨ੍ਹਾਂ ਦੇ ਭਾਗ ਵੱਡੇ, ਉਹ ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਸਕਦੇ ਆ, ਗਾ ਸਕਦੇ ਆ ਮਹਿਮਾ। ਸੋ ਅੱਜ ਪ੍ਰਸੰਗ ਦੀ ਸਮਾਪਤੀ ਹੈ, ਬੇਸ਼ੱਕ ਲਾਈਟ ਨਾ ਹੋਣ ਕਰਕੇ, ਕਿਉਂਕਿ ਟੈਕਨੀਕਲ ਫਾਲਟ ਹੈ, ਸਮਾਂ ਵੀ ਲੱਗ ਜਾਂਦਾ, ਟਰਾਂਸਫਾਰਮ ਠੀਕ ਹੁੰਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਬੜਾ ਆਨੰਦ ਆਇਆ, ਕਿਉਂਕਿ ਜੇ ਸਾਡਾ ਪੱਖਾ ਚੱਲਦਾ ਹੁੰਦਾ ਨਾ, ਤੇ ਫਿਰ ਸਾਡੇ ਅੰਦਰ ਹਉਮੈ ਰਹਿਣੀ, ਲੈ ਸਾਨੂੰ ਕਿਹੜਾ ਗਰਮੀ ਆਈ ਹੈ। ਪਰ ਇੱਕ ਗੱਲ ਹੈ, ਜਦੋਂ ਸੰਗਤਾਂ ਭਿੱਜੀਆਂ ਤੇ ਭਿੱਜੇ ਅਸੀਂ ਆ, ਉਦੋਂ ਰਸ ਹੋਰ ਹੁੰਦਾ, ਕਿਉਂਕਿ ਬੋਲਦਿਆਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ। ਚਲੋ ਇਹ ਵੀ ਬੜੀ ਵੱਡੀ ਕਿਰਪਾ ਦੀ ਗੱਲ ਹੈ। ਹੁਣ ਅਗਲੇ ਜਿਹੜੇ ਪ੍ਰਸੰਗ ਨੇ, ਉਹਨਾਂ ਦੇ ਵਿੱਚ ਗੁਰੂ ਸਾਹਿਬ ਉਹਨਾਂ ਥਾਵਾਂ 'ਤੇ ਜਾਣਗੇ ਜਿੱਥੇ ਸੁਣ ਕੇ ਤੁਹਾਡਾ ਮਨ ਵੀ ਕਾਹਲਾ ਪਊ, ਰੱਬਾ ਕਦੀ ਅਸੀਂ ਵੀ ਜਾ ਆਈਏ। ਐਸੀਆਂ ਥਾਵਾਂ ਪ੍ਰਸੰਗ ਦੀ ਆਰੰਭਤਾ ਹੋ ਰਹੀ ਹੈ। ਇਹ ਅੱਜ ਸਮਾਪਤ ਹੋ ਗਿਆ। ਸੋ ਮਿੰਟ ਵੀ 5-7 ਹੀ 10 ਹੀ ਰਹਿ ਗਏ ਆ। ਸੋ ਗਰਮੀ ਵੀ ਹੈ। ਸੋ ਆਓ ਸਮਾਪਤੀ ਵੱਲ ਚੱਲੀਏ। ਜਿਵੇਂ ਜਿਵੇਂ ਗੁਰੂ ਦੇਵ ਕਿਰਪਾ ਕਰਨਗੇ, ਕੱਲ੍ਹ ਦੇ ਦੀਵਾਨਾਂ 'ਚ ਸਾਰਿਆਂ ਨੇ ਆਉਣਾ, ਵੱਧ ਤੋਂ ਵੱਧ ਇਕੱਤਰ ਹੋਣਾ, ਕਿਉਂਕਿ ਇਹ ਉਹ ਕਥਾਵਾਂ ਆਉਣਗੀਆਂ ਜਿਹੜੀਆਂ ਸੁਣੀਆਂ ਵੀ ਨੇ, ਸੁਣੀਆਂ ਹੋਰ ਤਰੀਕੇ ਨਾਲ ਨੇ, ਪਰ ਅਸਲ ਕੀ ਹੈ, ਐਕਚੁਅਲ ਵਿੱਚ ਕੀ ਵਾਪਰਿਆ, ਉਹ ਕਿਹੜੀ ਕਿਹੜੀ ਥਾਂ ਸੀ ਅੱਜ ਜਿਹਦੇ ਬਾਰੇ ਸੁਣਿਆ ਸੀ ਪਰ ਵੇਖੀ ਨਹੀਂ ਹੈ, ਕਦੇ ਸੁਣਿਆ ਹੀ ਨਹੀਂ ਕਿਸੇ ਨੇ, ਉਹ ਥਾਵਾਂ ਕਿੱਥੇ ਨੇ। ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਆਨੰਦ ਮਾਣਾਂਗੇ।